ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਆਨਲਾਈਨ ਦੇ ਵਿੱਚੋਂ। ਅੱਜ ਆਪਣਾ ਟੌਪਿਕ ਜਿਹੜਾ ਹੈਗਾ ਪੰਜਾਬ ਜੀ ਦਾ ਰਹੂਗਾ ਜੀ। ਪੰਜਾਬ ਦੇ ਵਿੱਚ ਜਿੰਨਾ ਵੀ ਸਿੱਖ ਧਰਮ ਹੋਇਆ ਗਾ ਜਾਂ ਜਿੰਨੇ ਵੀ ਗੁਰੂ ਪੀਰੀਅਡ ਰਿਹਾ ਅੱਜ ਆਪਾਂ ਉਹਨਾਂ 'ਤੇ ਡਿਸਕਸ ਕਰਾਂਗੇ। ਪਹਿਲਾਂ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ, ਬਹੁਤ ਵਧੀਆ ਤੁਹਾਡੇ ਵਿਊ ਆਏ ਨੇ, ਠੀਕ ਹੈ। ਇੱਦਾਂ ਪਹਿਲਾਂ ਵਾਲੀਆਂ ਵੀਡੀਓ ਦੇ ਮੁਤਾਬਕ ਹੀ ਤਾਂ ਅਸੀਂ ਇਸ ਵੀਡੀਓ ਨੂੰ ਵੀ ਤੁਸੀਂ ਉਮੀਦ ਹੈ ਕਿ ਤੁਸੀਂ ਤੁਹਾਨੂੰ ਵਧੀਆ ਲੱਗੂਗੀ, ਪਸੰਦ ਆਊਗੀ ਅਤੇ ਤੁਹਾਨੂੰ ਸਮਝ ਵੀ ਆਊਗੀ। ਇਕੱਲਾ ਟੌਪਿਕ ਆਪਾਂ ਕਲੀਅਰ ਕਰਾਂਗੇ। ਅਤੇ ਅੱਜ ਜਿਹੜਾ ਟੌਪਿਕ ਰਹਿਣ ਵਾਲਾ ਗੁਰੂ ਪੀਰੀਅਡ ਦਾ ਰਹਿਣ ਵਾਲਾ ਆਪਣੇ ਪੇਪਰਾਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੱਖਦਾ ਹੈ। ਪੰਜਾਬ ਦੇ ਮੇਨਲੀ ਪੰਜਾਬ ਦੇ ਪੇਪਰਾਂ ਦੇ ਵਿੱਚ ਜਿੰਨਾ ਵੀ ਕਿੰਨੇ ਵੀ ਪੰਜਾਬ ਜੀਕੇ ਦੇ ਵਿੱਚੋਂ ਕੁਐਸਚਨ ਆਉਣਗੇ ਤਾਂ 2 ਜਾਂ 3 ਕੁਐਸਚਨ ਮੇਨਲੀ ਗੁਰੂ ਪੀਰੀਅਡ ਦੇ ਵਿੱਚੋਂ ਪੁੱਛੇ ਹੀ ਜਾਂਦੇ ਨੇ ਜੀ। ਤਾਂ ਆਪਾਂ ਅੱਜ ਸਟਾਰਟਿੰਗ ਕਰਦੇ ਹਾਂ। ਸਭ ਤੋਂ ਪਹਿਲੇ ਆਪਣੇ ਜਿਹੜਾ ਟੌਪਿਕ ਹੈ ਗੁਰੂ ਪੀਰੀਅਡ ਦਾ ਸਿੱਖ ਧਰਮ ਦਾ ਉੱਪਰ ਪੰਜਾਬੀ ਦੇ ਵਿੱਚ ਸੈਸ਼ਨ ਰਹੂਗਾ ਜੀ। ਅਤੇ ਵੱਧ ਤੋਂ ਵੱਧ ਸੈਸ਼ਨ ਨੂੰ ਜਿਹੜਾ ਹੈਗਾ ਜੀ ਲਾਈਕ ਕਮੈਂਟ ਅਤੇ ਸ਼ੇਅਰ ਕਰੋ ਤਾਂ ਜੋ ਸਾਰਿਆਂ 'ਤੇ ਜਿੰਨੇ ਵੀ ਕੈਂਡੀਡੇਟ ਤਿਆਰੀ ਕਰਦੇ ਆ ਉਹਨਾਂ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਬੈਨੀਫਿਟ ਮਿਲ ਸਕੇ ਪੰਜਾਬੀ ਦੇ ਵਿੱਚ। ਅਤੇ ਤੁਹਾਨੂੰ ਰਿਕੁਐਸਟ ਹੈ ਕਿ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਚਲੋ ਵੱਧਦੇ ਆਪਾਂ ਆਪਣੇ ਲੈਕਚਰ ਵੱਲ। ਸਭ ਤੋਂ ਪਹਿਲਾਂ ਜੀ ਗੁਰੂ ਪੀਰੀਅਡ ਦੇ ਵਿੱਚ ਗੁਰੂ ਨਾਨਕ ਦੇਵ ਜੀ। ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜੇ ਹੈਗੇ ਨੇ ਜੀ ਉਹਨਾਂ ਦਾ ਜਿਹੜਾ ਜਨਮ ਹੈ ਜੀ ਉਹ 15 ਅਪ੍ਰੈਲ 1469 ਨੂੰ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਲਾਹੌਰ ਤੋਂ 65 ਕਿਲੋਮੀਟਰ ਦੱਖਣ ਵੱਲ ਜਿਹੜਾ ਹੈਗਾ ਨਨਕਾਣਾ ਸਾਹਿਬ ਵਸਿਆ ਹੋਇਆ। ਤਾਂ ਉੱਥੇ ਉਹਨਾਂ ਦਾ ਜਨਮ ਹੁੰਦਾ ਜੀ, ਠੀਕ ਹੈ। ਇਹ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਇਹ ਜਿਹੜੇ ਕੈਟਾਗਰੀ ਨੂੰ ਬਿਲੋਂਗ ਕਰਦੇ ਸੀ, ਇਹ ਖੱਤਰੀ ਘਰਾਣੇ ਨੂੰ ਜਿਹੜੇ ਹੈਗੇ ਜੀ ਬਿਲੋਂਗ ਕਰਦੇ ਸੀਗੇ। ਇਹਨਾਂ ਦੇ ਮਾਤਾ ਪਿਤਾ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ। ਇਹਨਾਂ ਦੇ ਪਿਤਾ ਜਿਹੜੇ ਹੈਗੇ ਸੀਗੇ ਮਹਿਤਾ ਕਾਲੂ ਜੀ ਸੀਗੇ, ਮਾਤਾ ਤ੍ਰਿਪਤਾ ਦੇਵੀ ਜੀ ਸੀਗੇ ਅਤੇ ਪਤਨੀ ਜਿਹੜੇ ਹੈਗੇ ਆ ਸੁਲੱਖਣੀ ਜੀ ਸੀਗੀ। ਅਤੇ ਇਹਨਾਂ ਦੇ 2 ਪੁੱਤਰਾਂ ਨੇ ਜਨਮ ਲੈਤਾ ਜਿਨ੍ਹਾਂ ਦੇ ਵਿੱਚੋਂ ਕੀ ਸੀਗਾ, ਇੱਕ ਦਾ ਨਾਮ ਸੀਗਾ ਜੀ ਸ਼੍ਰੀ ਚੰਦ ਜੀ ਅਤੇ ਇੱਕ ਦਾ ਨਾਮ ਸੀਗਾ ਜੀ ਲਕਸ਼ਮੀ ਦਾਸ। ਤਾਂ ਗੁਰੂ ਨਾਨਕ ਦੇਵ ਜੀ ਕੀ ਕਰਦੇ ਸੀ ਕਿ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਇਹ ਪ੍ਰਚਾਰ ਕਰਦੇ ਸੀ ਕਿ ਆਪਣੇ ਪਰਿਵਾਰ ਦੇ ਵਿੱਚ ਮਤਲਬ ਕਿ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਉਹ ਕੀ ਕਰਦੇ ਸੀਗੇ 30-40 ਸਾਲ ਦੀ ਉਮਰ ਦੇ ਵਿੱਚ, ਠੀਕ ਹੈ, ਮੈਰਿਜ ਕਰਵਾ ਲੈਣੀ, ਬੱਚੇ ਹੋ ਜਾਣੇ ਅਤੇ ਉਸ ਤੋਂ ਬਾਅਦ ਕੀ ਕਰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਸੰਨਿਆਸ ਲੈ ਜਾਂਦੇ ਸੀਗੇ। ਅਤੇ ਗੁਰੂ ਨਾਨਕ ਦੇਵ ਜੀ ਇਹਨਾਂ ਚੀਜ਼ਾਂ ਦੇ ਖਿਲਾਫ ਚੱਲਦੇ ਸੀ ਕਿਉਂਕਿ ਉਹ ਕਹਿੰਦੇ ਸੀਗੇ ਵੀ ਜਿਹੜਾ ਆਪਣਾ ਜੀਵਨ ਹੈ ਉਹ ਆਪਣੇ ਪਰਿਵਾਰ ਦੇ ਨਾਲ ਹੀ ਬਤੀਤ ਕੀਤਾ ਜਾਵੇ, ਉਹੀ ਆਪਣਾ ਅਸਲ ਜੀਵਨ ਹੈਗਾ। ਤਾਂ ਇੱਦਾਂ ਦਾ ਹੀ ਜਿਹੜਾ ਪ੍ਰਚਾਰ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਕਰਦੇ ਸੀਗੇ। ਤਾਂ ਇਹ ਉਦੋਂ ਬਾਅਦ ਕੀ ਹੋਇਆ ਕਿ ਇਹਨਾਂ ਦਾ ਇੱਕ ਪੁੱਤਰ ਸੀਗਾ ਜੀ ਜਿਹਨੂੰ ਕੀ ਕਹਿੰਦੇ ਸੀਗੇ ਬਾਬਾ ਸ਼੍ਰੀ ਚੰਦ ਜੀ। ਤਾਂ ਬਾਬਾ ਸ਼੍ਰੀ ਚੰਦ ਜੀ ਕੀ ਕਰ ਗਏ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਆਪ ਨੂੰ ਕੀ ਕੀਤਾ ਜੀ ਸੰਨਿਆਸ ਲੈ ਗਏ। ਸੰਨਿਆਸ ਲੈ ਕੇ ਉਹ ਕਿੱਥੇ ਚਲੇ ਗਏ, ਉਹ ਚਲੇ ਗਏ ਜੀ ਉਦਾਸੀ ਸੈਕਟ ਡੇਰਾ। ਉਦਾਸੀ ਸੈਕਟ ਡੇਰੇ ਦੇ ਵਿੱਚ ਕੀ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸੰਨਿਆਸ ਸਾਧਾਂ ਦਾ ਰੂਪ ਧਾਰ ਕਰ ਲਿਆ। ਤਾਂ ਇੱਥੋਂ ਇਹ ਚੀਜ਼ਾਂ ਗੁਰੂ ਨਾਨਕ ਦੇਵ ਜੀ ਨੂੰ ਚੰਗੀਆਂ ਨਾ ਲੱਗੀਆਂ ਅਤੇ ਨਾ ਚੰਗੀਆਂ ਲੱਗਣ ਦੇ ਬਾਵਜੂਦ ਤਾਂ ਉਹਨਾਂ ਨੇ ਕੀ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਕੀਤਾ ਗਿਆ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ। ਹੁਣ ਤੁਹਾਨੂੰ ਇਹ ਚੀਜ਼ਾਂ ਜ਼ਰੂਰ ਯਾਦ ਰੱਖਿਓ ਕਿ 4 ਯਾਤਰਾਵਾਂ ਕੀਤੀਆਂ, ਉਦਾਸੀਆਂ ਕੀਤੀਆਂ, ਯਾਤਰਾਵਾਂ ਸੇਮ ਹੀ ਹੈ ਜੀ। ਤਾਂ ਉਹਨਾਂ ਨੇ ਇਹ 4 ਯਾਤਰਾਵਾਂ ਕਿਉਂ ਕੀਤੀਆਂ ਸੀ ਕਿਉਂਕਿ ਉਹਨਾਂ ਦੇ ਜਿਹੜੇ ਇੱਕ ਪੁੱਤਰ ਸੀਗੇ ਬਾਬਾ ਸ਼੍ਰੀ ਚੰਦ ਜੀ ਉਹ ਕੀ ਕਰ ਗਏ ਸੀਗੇ ਆਪਣੇ ਆਪ ਨੂੰ ਸੰਨਿਆਸ ਧਾਰ ਲਿਆ ਸੀਗਾ, ਠੀਕ ਹੈ, ਸਾਧਾਂ ਦਾ ਰੂਪ ਧਾਰ ਲਿਆ ਸੀ। ਇਹ ਚੀਜ਼ਾਂ ਨਾ ਚੰਗੀਆਂ ਲੱਗਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਨੇ ਇਹ ਸੋਚਿਆ ਕਿ ਮੈਂ ਦੁਨੀਆ ਨੂੰ ਇੱਦਾਂ ਦੇ ਮੈਸੇਜ ਦੇਵਾਂ, ਦੁਨੀਆ ਨੂੰ ਇੱਦਾਂ ਦਾ ਗਾਈਡ ਕਰਾਂ ਕਿ ਲੋਕ ਆਪਣੇ ਪਰਿਵਾਰ ਦੇ ਵਿੱਚ ਰਹਿਣ ਅਤੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰਨ। ਤਾਂ ਉਹਨਾਂ ਨੇ ਇਹ ਚੀਜ਼ ਨੂੰ ਵਧਾਉਣ ਦੇ ਲਈ ਤਾਂ ਬਾਬਾ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਜਿਹੜੀਆਂ ਕੀਤੀਆਂ ਤਾਂ ਉਹਨਾਂ ਦੇ ਵਿੱਚ 28,000 ਕਿਲੋਮੀਟਰ ਪੈਦਲ ਯਾਤਰਾ ਕੀਤੀ। ਤਾਂ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਯਾਤਰਾ ਕੀਤੀ ਸੀਗੀ ਉਹ ਕੀਤੀ ਸੀ 1497 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਪਹਿਲੀ ਜਿਹੜੀ ਯਾਤਰਾ ਕੀਤੀ ਗਈ ਸੀਗੀ ਫਸਟ ਜਰਨੀ ਆਪਾਂ ਜਿਹਨੂੰ ਕਹਿ ਸਕਦੇ ਹਾਂ, ਠੀਕ ਹੈ। ਪਹਿਲੀ ਯਾਤਰਾ ਜਿਹੜੀ ਹੈਗੀ ਆ 1497 ਦੇ ਵਿੱਚ ਸ਼ੁਰੂ ਕੀਤੀ ਸੀਗੀ, ਪੂਰਬ ਵੱਲ ਕੀਤੀ ਗਈ ਸੀਗੀ। ਇਸ ਯਾਤਰਾ ਦੇ ਵਿੱਚ ਕੀ ਹੋਇਆ, ਇਸ ਯਾਤਰਾ ਦੇ ਵਿੱਚ ਜਦੋਂ 1497 ਈਸਟ ਵੱਲ ਜਾਂ ਪੂਰਬ ਵੱਲ ਜਿਹੜੇ ਹੈਗੇ ਗੁਰੂ ਨਾਨਕ ਦੇਵ ਜੀ ਯਾਤਰਾ ਕਰ ਰਹੇ ਸੀ ਤਾਂ ਉੱਥੇ ਕੁਝ ਲੋਕ ਜਿਹੜੇ ਹੈਗੇ ਆ ਉਹ ਗੁਰੂ ਨਾਨਕ ਦੇਵ ਨੇ ਦੇਖਿਆ ਕਿ ਕੁਝ ਲੋਕ ਜਿਹੜੇ ਹੈਗੇ ਆ ਕਿ ਹਿੰਦੂ ਧਰਮ ਦੇ ਲੋਕ ਉਹ ਸੂਰਜ ਨੂੰ ਪਾਣੀ ਦੇ ਰਹੇ ਸੀਗੇ। ਤਾਂ ਇਹ ਚੀਜ਼ਾਂ ਨੂੰ ਉਹ ਗੁਰੂ ਨਾਨਕ ਦੇਵ ਜੀ ਨੇ ਚੰਗਾ ਨਾ ਸਮਝਦੇ ਹੋਏ ਉਹ ਕਿਹਾ ਕਿ ਉਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਕੀ ਕਰ ਰਹੇ ਹੋ। ਉਹ ਕਹਿੰਦੇ ਵੀ ਅਸੀਂ
ਤੈਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ। ਅਤੇ ਉਦੋਂ ਬਾਅਦ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਉਲਟ ਕੀ ਹੋ ਗਿਆ, ਪਾਣੀ ਸੁੱਟਣਾ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਵੀ ਤੂੰ ਕੀ ਕਰ ਰਿਹਾ? ਉਹ ਕਹਿੰਦਾ ਯਾਰ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਕਹਿੰਦਾ ਤੇਰੇ ਖੇਤ ਕਿੱਥੇ ਆ? ਕਹਿੰਦਾ ਲਾਹੌਰ ਨੇ। ਤਾਂ ਉਹ ਕਹਿੰਦਾ ਯਾਰ ਤੇਰੇ ਲਾਹੌਰ 15-20 ਕਿਲੋਮੀਟਰ ਇੱਥੋਂ, ਤੂੰ ਐਡੀ ਦੂਰ ਤੇਰਾ ਪਾਣੀ ਕਿਵੇਂ ਪਹੁੰਚ ਜੂਗਾ? ਉਹ ਕਹਿੰਦਾ ਯਾਰ ਸੂਰਜ ਦੀ ਜਿਹੜੀ ਦੂਰੀ ਆ 149 ਮਿਲੀਅਨ ਕਿਲੋਮੀਟਰ ਬਣਦੀ ਹੈ, ਠੀਕ ਹੈ, ਐਡੀ ਵੱਡੀ ਤੇਰਾ ਸੂਰਜ 'ਤੇ ਪਾਣੀ ਕਿਵੇਂ ਪਹੁੰਚ ਜੂਗਾ ਜੇ ਮੇਰਾ ਲਾਹੌਰ ਨਹੀਂ ਪਹੁੰਚ ਸਕਦਾ? ਤਾਂ ਕਹਿਣ ਦਾ ਮਤਲਬ ਕੀ ਹੈ, ਉੱਥੋਂ ਉਹਨਾਂ ਨੇ ਇਹ ਸਿੱਖਿਆ ਦਿੱਤੀ ਵੀ ਕਹਿੰਦਾ ਵੀ ਇਹ ਚੀਜ਼ਾਂ ਵਹਿਮਾਂ ਭਰਮਾਂ ਦੀਆਂ ਨੇ। ਤਾਂ 1497 ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਜਾਂ ਪਹਿਲੀ ਯਾਤਰਾ ਸ਼ੁਰੂ ਕੀਤੀ ਸੀਗੀ ਪੂਰਬ ਵੱਲ ਤੋਂ, ਠੀਕ ਹੈ ਜੀ। ਉਸ ਤੋਂ ਬਾਅਦ ਦੂਸਰੀ ਯਾਤਰਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹ 1510 ਦੇ ਵਿੱਚ ਕੀਤੀ ਸੀ। 1510 ਦਾ ਵਾਕਈ ਕੀ ਸੀਗਾ ਕਿ ਸ਼੍ਰੀਲੰਕਾ ਦਾ ਇੱਕ ਰਾਜਾ ਹੁੰਦਾ ਜੀ, ਜਿਹਦਾ ਨਾਮ ਕੀ ਹੁੰਦਾ ਗਾ? ਜਿਹਦਾ ਨਾਮ ਹੁੰਦਾ ਜੀ ਸ਼ਿਵਨਾਥ। ਸ਼ਿਵਨਾਥ ਇਹ ਸ਼੍ਰੀਲੰਕਾ ਦਾ ਇੱਕ ਰਾਜਾ ਹੁੰਦਾ ਜੀ। ਸ਼੍ਰੀਲੰਕਾ ਦੇ ਵਿੱਚ ਕੀ ਹੁੰਦਾ, ਕੁਛ ਬੰਦਿਆਂ ਦੁਆਰਾ ਇਹ ਵਹਿਮ ਭਰਮ ਫੈਲਾ ਦਿੱਤਾ ਜਾਂਦਾ ਹੈ। ਕਹਿੰਦਾ ਵੀ ਜੇਕਰ ਤੁਸੀਂ ਜੌਆਂ ਦੀ ਖੇਤੀ ਕਰੋਗੇ ਤਾਂ ਤੁਹਾਡੀ ਜਿਹੜੀ ਹੈਗੀ ਹੈ ਜ਼ਿੰਦਗੀ ਤਬਾਹ ਹੋ ਜਾਊਗੀ। ਕੁਛ ਇੱਦਾਂ ਦਾ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਕੁਛ ਬੰਦਿਆਂ ਦੁਆਰਾ ਪਾ ਦਿੱਤਾ ਗਿਆ। ਮੈਂ ਕਿਸੇ ਧਰਮ ਦਾ ਨਾਂ ਨਹੀਂ ਲੈਂਦਾ, ਠੀਕ ਹੈ ਨਾ, ਕਿਸੇ ਧਰਮ ਨੂੰ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ। ਤਾਂ ਉਹਨਾਂ ਦੁਆਰਾ ਕੁਛ ਬੰਦਿਆਂ ਦੁਆਰਾ ਕੀ ਕੀਤਾ ਕਿ ਇਹ ਚੀਜ਼ਾਂ ਨੂੰ ਵਹਿਮ ਭਰਮ ਫੈਲਾ ਦਿੱਤੇ ਗਏ ਕਿ ਜੇਕਰ ਤੁਸੀਂ ਜੌਆਂ ਦੀ ਖੇਤੀ ਕਰੋਗੇ ਤਾਂ ਤੁਹਾਡਾ ਜਿਹੜਾ ਹੈਗਾ ਜੀਵਨ ਖਤਮ ਹੋ ਜੂਗਾ। ਤਾਂ ਇਹਨਾਂ ਨੇ ਕੀ ਕੀਤਾ, ਉਹ ਕੀ ਸੀਗਾ, ਰਾਜੇ ਦੀ ਪ੍ਰਜਾ ਕਮਜ਼ੋਰ ਹੋਣ ਲੱਗੀ। ਕਿਉਂ ਹੋਣ ਲੱਗੀ? ਕਿਉਂਕਿ ਟੈਕਸ ਦੇ ਰਾਹੀਂ ਰਾਜੇ ਨੂੰ ਕੁਛ ਨਾ ਕੁਛ ਮਿਲਦਾ ਰਹਿੰਦਾ ਸੀ ਅਤੇ ਟੈਕਸ ਦੇ ਰਾਹੀਂ ਹੀ ਰਾਜਾ ਆਪਣੀ ਪ੍ਰਜਾ ਨੂੰ ਚਲਾਉਂਦਾ ਸੀ। ਤਾਂ ਉਹਨੇ ਕੀ ਦੇਖਿਆ, ਉਹਨਾਂ ਨੇ ਸੋਚਿਆ ਕਿ ਇੱਕ ਬੰਦਾ ਯਾਰ ਜਿਹੜਾ ਗੁਰੂ ਨਾਨਕ ਦੇਵ ਜੀ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਕੀ ਕਰਦਾ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਦਾ ਹੈਗਾ, ਠੀਕ ਹੈ, ਕਿਉਂ ਨਾ ਉਹਨੂੰ ਇਨਵਾਈਟ ਕੀਤਾ ਜਾਵੇ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਜਾਵੇ। ਜੇ ਇੱਦਾਂ ਦਾ ਸਿਸਟਮ ਰਿਹਾ ਤਾਂ ਪ੍ਰਜਾ ਜਿਹੜੀ ਹੈਗੀ ਹੈ ਖਤਮ ਹੋ ਜੂਗੀ। ਤਾਂ ਉਹਨਾਂ ਨੇ ਕੀ ਕੀਤਾ, 1510 ਦੇ ਵਿੱਚ, ਠੀਕ ਹੈ ਜੀ, ਰਾਜਾ ਜਿਹੜਾ ਸ਼ਿਵਨਾਥ ਸੀ ਉਹਨਾਂ ਨੇ ਇਨਵਾਈਟ ਕੀਤਾ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਸਾਡੇ ਸ਼੍ਰੀਲੰਕਾ ਦੇ ਵਿੱਚ ਆਓ ਅਤੇ ਲੋਕਾਂ ਨੂੰ ਇਹ ਚੀਜ਼ਾਂ ਦੇ ਵਿੱਚੋਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢੋ। ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ, ਆਪਣਾ ਬੋਰੀ ਬਿਸਤਰਾ ਬੰਨ੍ਹਿਆ ਅਤੇ ਚਲੇ ਪਏ ਜੀ ਸ਼੍ਰੀਲੰਕਾ ਦੇ ਵਿੱਚ। ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਕੀ ਕਰਦੇ ਆ, ਹਲ ਵਾਹੁੰਦੇ ਆ। ਉਹ ਵਾਕਬ ਜਿਹੜਾ ਹੈਗਾ ਜੀ ਉਹ ਸ਼੍ਰੀਲੰਕਾ ਦਾ ਵਾਕਬ ਹੈ ਕਿ ਉੱਥੇ ਕੀ ਕੀਤਾ, ਉਹ ਲੋਕ ਜਿਹੜੇ ਸ਼੍ਰੀਲੰਕਾ ਦੇ ਲੋਕ ਸੀਗੇ ਉਹਨਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਦੇ ਲਈ ਉੱਥੇ ਇਹ ਜਿਹੜਾ ਹੈਗਾ ਹਲ ਵਾਹਿਆ ਸੀਗਾ, ਜੌਆਂ ਦੀ ਖੇਤੀ ਕੀਤੀ ਸੀ। ਉਹੀ ਚੀਜ਼ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਕੀ ਕੀਤਾ ਗਿਆ। ਦੂਜੀ ਯਾਤਰਾ ਜਿਹੜੀ ਹੈਗੀ ਹੈ 1510 ਵਿੱਚ ਸ਼੍ਰੀਲੰਕਾ ਵੱਲ ਕੀਤੀ ਗਈ। ਸ਼੍ਰੀਲੰਕਾ ਦਾ ਇੱਕ ਰਾਜਾ ਸੀਗਾ ਜਿਹਨੂੰ ਸ਼ਿਵਨਾਥ ਕਹਿੰਦੇ ਸੀਗੇ ਜੀ। ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਸੀ ਕਿ ਸ਼੍ਰੀਲੰਕਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਜੌਆਂ ਦੀ ਖੇਤੀ ਸ਼ੁਰੂ ਕੀਤੀ ਅਤੇ ਇਹਨਾਂ ਨੇ ਆਪਣਾ ਇੱਕ ਬੰਦਾ ਜਿਹੜਾ ਹੈਗਾ ਆਪਣਾ ਭਗਤ ਉੱਥੇ ਅਪੁਆਇੰਟ ਕਰਤਾ ਜਿਹਦਾ ਨਾਮ ਸੀਗਾ ਜੀ ਝੰਡਾ ਬੇਦੀ। ਉੱਥੇ ਛੱਡਤਾ। ਉਸ ਬੰਦੇ ਨੂੰ ਇਹ ਗੱਲ ਕਹੀ ਗਈ, ਕਹਿੰਦਾ ਵੀ ਤੂੰ ਕੀ ਕਰਨਾ ਹੈ, ਲੋਕਾਂ ਨੂੰ ਜਾਗਰੂਕ ਕਰਨਾ ਹੈ, ਲੋਕਾਂ ਨੂੰ ਚੰਗੀ ਸਿੱਖਿਆ ਦੇਣੀ ਹੈ, ਲੋਕਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣਾ ਹੈ ਤਾਂ ਜੋ ਲੋਕ ਕੀ ਆ ਆਪਣੇ ਜੀਵਨ ਨੂੰ ਚੰਗਾ ਬਤੀਤ ਕਰ ਸਕਣ। ਤਾਂ ਦੂਜੀ ਜਿਹੜੀ ਯਾਤਰਾ ਕੀਤੀ ਸੀਗੀ ਜਾਂ ਉਦਾਸੀ ਕੀਤੀ ਸੀ 1510 ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਕੀਤੀ ਸੀ। ਸ਼੍ਰੀਲੰਕਾ ਦੇ ਜੇ ਤੁਹਾਡੇ ਨੂੰ ਰਾਜਾ ਪੁੱਛਿਆ ਜਾਂਦਾ ਹੈ ਤਾਂ ਰਾਜੇ ਦਾ ਨਾਮ ਹੈ ਜੀ ਸ਼ਿਵਨਾਥ, ਠੀਕ ਹੈ ਜੀ। ਤਾਂ ਦੂਸਰੀ ਜਿਹੜੀ ਯਾਤਰਾ ਸੀਗੀ ਤਾਂ ਉਹ ਸੀਗੀ ਜੀ ਸ਼੍ਰੀਲੰਕਾ ਦੀ 1510 ਦੇ ਵਿੱਚ। ਹੁਣ ਤੀਸਰੀ ਜਿਹੜੀ ਯਾਤਰਾ ਕੀਤੀ ਗਈ ਸੀ ਜਾਂ ਤੀਸਰੀ ਉਦਾਸੀ ਜਿਹੜੀ ਕੀਤੀ ਗਈ ਸੀ ਤਾਂ ਉੱਥੋਂ ਵਾਪਸ ਆ ਰਹੇ ਸੀਗੇ ਗੁਰੂ ਨਾਨਕ ਦੇਵ ਜੀ। ਤਾਂ ਵਾਪਸ ਇੱਕ ਜਗ੍ਹਾ ਦੇ ਨਾਮ ਹੈ ਜੀ ਕੈਲਾਸ਼ਨਾਥ। 1516 ਦੇ ਵਿੱਚ ਤੀਸਰੀ ਯਾਤਰਾ ਸ਼ੁਰੂ ਕੀਤੀ ਸੀ ਜਾਂ ਤੀਸਰੀ ਯਾਤਰਾ ਉੱਤਰ ਵੱਲ ਸ਼ੁਰੂ ਕੀਤੀ ਸੀ। ਉੱਥੇ ਕੀ ਸੀਗਾ, ਕੈਲਾਸ਼ਨਾਥ ਇੱਕ ਜਗ੍ਹਾ ਜੀ। ਉੱਥੇ ਜਗ੍ਹਾ ਦੇ ਵਿੱਚ ਇੱਕ ਨਾਮ ਹੈ ਹਸਨਾ ਬਦਲ ਜਾਂ ਹਸਨਾ ਵੇਦਲ ਵੀ ਕਿਹਾ ਜਾਂਦਾ ਹੈ ਇਸ ਨੂੰ, ਹਸਨਾ ਬਦਲ ਨਾਂ ਦੀ ਇੱਕ ਜਗ੍ਹਾ। ਉੱਥੇ ਕੀ ਹੋ ਗਿਆ, ਗੁਰੂ ਨਾਨਕ ਦੇਵ ਜੀ ਥੱਕੇ ਸੀਗੇ ਕਿਉਂਕਿ ਉਹ ਪਹਿਲਾਂ ਸਿਸਟਮ ਇੱਦਾਂ ਦਾ ਹੁੰਦਾ ਸੀ ਕਿ ਪੈਦਲ ਯਾਤਰਾ ਹੀ ਕਰਨੀ ਪੈਂਦੀ ਸੀ, ਨਾ ਕੋਈ ਟਰੈਵਲ ਕਰਨ ਵਾਸਤੇ ਕੋਈ ਇੱਦਾਂ ਦਾ ਸਿਸਟਮ ਨਹੀਂ ਸੀਗਾ ਕਿ ਉਹ ਬੰਦਾ ਕਿਸੇ ਵਹੀਕਲ ਵਗੈਰਾ ਜਾਂ ਕਿਸੇ ਹੋਰ
ਵੇ ਦੇ ਰਾਹੀਂ ਆਪਣੀ ਯਾਤਰਾ ਕਰਦਾ ਤਾਂ ਪੈਦਲ ਯਾਤਰਾ ਜ਼ਰੂਰ ਕਰਦੇ ਸੀਗੇ। ਉਸ ਸਮੇਂ ਪੈਦਲ ਹੀ ਯਾਤਰਾ ਹੁੰਦੀ ਸੀ। ਤਾਂ ਉਹਨਾਂ ਨੇ ਕੀ ਕੀਤਾ, ਆਰਾਮ ਕਰਨ ਲੱਗ ਗਏ ਜੀ ਹਸਨਾ ਬੇਦਲ ਦੇ ਵਿੱਚ। ਦੇਖੋ ਕੁਛ ਇੱਦਾਂ ਦੇ ਬੰਦੇ ਸੀਗੇ ਜਾਂ ਕੁਛ ਇੱਦਾਂ ਦੇ ਸਾਧੂ ਸੰਤ ਸੀ, ਉਹਨਾਂ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਵਹਿਮਾਂ ਭਰਮਾਂ ਦੇ ਵਿੱਚੋਂ ਲੋਕਾਂ ਨੂੰ ਕੱਢਣ ਲੱਗ ਗਏ, ਲੋਕ ਉਹਨਾਂ ਦੇ ਨਾਲ ਜੁੜਨ ਲੱਗ ਗਏ। ਅਤੇ ਦੂਜੇ ਜਿਹੜੇ ਬੰਦੇ ਹੁੰਦੇ ਆ ਵੀ ਜਿਹੜੇ ਦੁਕਾਨਦਾਰੀ ਸਮਝਦੇ ਆ ਇਹ ਚੀਜ਼ਾਂ ਨੂੰ, ਉਹਨਾਂ ਦਾ ਜਿਹੜਾ ਹੈਗਾ ਦੁਕਾਨਦਾਰੀ ਨੂੰ ਖਤਰਾ ਹੋਣ ਲੱਗ ਗਿਆ। ਤਾਂ ਉਹਨਾਂ ਦੇ ਨਾਮ ਇੱਕ ਬੰਦਾ ਸੀਗਾ ਜਿਹਨੂੰ ਕੀ ਕਿਹਾ ਜਾਂਦਾ ਸੀ, ਉਹ ਬੰਦੇ ਦਾ ਮੈਂ ਨਾਮ ਤੁਹਾਨੂੰ ਜ਼ਰੂਰ ਦੱਸ ਦਿੰਦਾ ਗਾ। ਉਸ ਬੰਦੇ ਦਾ ਨਾਮ ਸੀਗਾ ਜੀ ਬਾਲੀ ਕੰਧਾਰੀ। ਵਾਲੀ ਕੰਧਾਰੀ। ਬਾਲੀ ਕੰਧਾਰੀ ਨਾਮ ਦਾ ਇੱਕ ਸੂਫੀ ਸੰਤ ਸੀਗਾ, ਜਿਨ੍ਹਾਂ ਨੇ ਕੀ ਕੀਤਾ, ਹਸਨਾ ਬਦਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਉੱਪਰੋਂ ਪੱਥਰ ਸੁੱਟ ਦਿੱਤਾ ਜੀ। ਅਤੇ ਉਹ ਗੁਰੂ ਨਾਨਕ ਦੇਵ ਜੀ ਨੇ ਉਹ ਪੱਥਰ ਨੂੰ ਆਪਣੇ ਪੰਜੇ ਦੇ ਨਾਲ ਰੋਕ ਦਿੱਤਾ। ਅਤੇ ਜਿੱਥੇ ਅੱਜ ਬਹੁਤ ਹੀ ਮਹੱਤਵਪੂਰਨ ਕੁਐਸਚਨ ਨਿਕਲ ਕੇ ਬਣਦਾ ਇੱਥੇ, ਜਿੱਥੇ ਅੱਜ ਹਸਨਾ ਬੇਦਲ, ਠੀਕ ਹੈ ਜੀ, ਹਸਨਾ ਬੇਦਲ ਦੇ ਵਿੱਚ ਪੰਜੇ ਦੇ ਨਾਲ ਉਸ ਪੱਥਰ ਨੂੰ ਰੋਕ ਦਿੱਤਾ, ਜਿੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ। ਹੁਣ ਤੁਹਾਨੂੰ ਪੰਜਾ ਸਾਹਿਬ ਦਾ ਰੀਅਲ ਨੇਮ ਪੁੱਛਣਗੇ ਤਾਂ ਪੰਜਾ ਸਾਹਿਬ ਦਾ ਰੀਅਲ ਨੇਮ ਕੀ ਹੈ ਜੀ, ਆ ਪਿਆ ਹਸਨਾ ਬਦਲ। ਠੀਕ ਹੈ ਜੀ। ਤਾਂ ਇਹ ਜ਼ਰੂਰ ਯਾਦ ਰੱਖਿਓ ਕਿ 1516 ਦੇ ਵਿੱਚ ਕਲਾਸਨਾਥ ਦੇ ਵਿੱਚ ਇੱਕ ਜਗ੍ਹਾ ਜੀ ਹਸਨਾ ਬਦਲ ਦੇ ਵਿੱਚ, ਉੱਥੇ ਕੀ ਕੀਤਾ, ਗੁਰੂ ਨਾਨਕ ਦੇਵ ਜੀ ਆਰਾਮ ਕਰਨ ਲੱਗ ਗਏ। ਤਾਂ ਬਾਲੀ ਕੰਧਾਰੀ ਨਾਮ ਦਾ ਇੱਕ ਸੂਫੀ ਸੰਤ ਸੀਗਾ, ਜਿਹੜਾ ਕਿ ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਦੁਕਾਨ ਨੂੰ ਖਤਰਾ ਹੋ ਗਿਆ ਸੀ। ਤਾਂ ਉਸ ਬੰਦੇ ਨੇ ਕੀ ਕੀਤਾ, ਗੁਰੂ ਨਾਨਕ ਦੇਵ ਜੀ ਦੇ ਉੱਪਰ ਪੱਥਰ ਫੇਂਕ ਦਿੱਤਾ। ਤਾਂ ਉਸ ਪੱਥਰ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਦੇ ਨਾਲ ਰੋਕ ਦਿੱਤਾ, ਜਿੱਥੇ ਅੱਜ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ। ਪੰਜਾ ਸਾਹਿਬ ਦਾ ਬਹੁਤ ਵਾਰੀ ਰੀਅਲ ਨੇਮ ਪੇਪਰ ਦੇ ਵਿੱਚ ਪੁੱਛਿਆ ਗਿਆ, ਤਾਂ ਉਹਦਾ ਨਾਮ ਹੈ ਜੀ ਹਸਨਾ ਬਦਲ। ਠੀਕ ਹੈ ਜੀ, ਇਹ ਜ਼ਰੂਰ ਯਾਦ ਰੱਖਿਓ ਕਿ ਉਸ ਦਾ ਰੀਅਲ ਨਾਮ ਕੀ ਹੈ ਜੀ, ਹਸਨਾ ਬਦਲ। ਉਸ ਤੋਂ ਬਾਅਦ ਜਿਹੜੀ ਹੈਗੀ ਆ, ਜਿਹੜੀ ਚੌਥੀ ਉਦਾਸੀ ਹੈ ਜਾਂ ਚੌਥੀ ਯਾਤਰਾ ਜਿਹੜੀ ਗੁਰੂ ਨਾਨਕ ਦੇਵ ਜੀ ਹੈ, ਉਹ 1520 ਦੇ ਵਿੱਚ ਹੋਈ ਸੀ। ਜਦੋਂ ਕਹਿੰਦੇ ਗੁਰੂ ਜੀ 1520 ਦੇ ਵਿੱਚ ਸਾਇਦਪੁਰ ਪਹੁੰਚੇ। ਸਾਇਦਪੁਰ ਹੈ ਜੀ ਪਾਕਿਸਤਾਨ ਦੇ ਵਿੱਚ, ਪਾਕਿਸਤਾਨ। ਠੀਕ ਹੈ, ਕਿੱਥੇ ਜੀ, ਪਾਕਿਸਤਾਨ ਦੇ ਵਿੱਚ। ਤਾਂ ਸਾਇਦਪੁਰ ਪਾਕਿਸਤਾਨ ਪਹੁੰਚੇ ਤਾਂ ਉੱਥੇ ਗੁਰੂ ਨਾਨਕ ਦੇਵ ਜੀ ਨੂੰ ਕੁਛ ਬੰਦਿਆਂ ਦੇ ਦੁਆਰਾ, ਕੁਛ ਇਹਨਾਂ ਦੇ ਨਾਲ ਭਗਤ ਸੀਗੇ, ਉਹਨਾਂ ਭਗਤਾਂ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਹਦੇ ਦੁਆਰਾ ਜੀ, ਤਾਂ ਕਿਹਦੇ ਦੁਆਰਾ ਕਰ ਲਿਆ ਗਿਆ ਜੀ, ਬਾਬਰ ਦੁਆਰਾ ਕੀ ਕਰ ਲਿਆ ਗਿਆ, ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ 1520 ਦੇ ਵਿੱਚ। ਜਿਹੜੀ ਚੌਥੀ ਉਦਾਸੀ ਬਣਾਈ ਗਈ ਸੀ, ਜਾਂ ਚੌਥੀ ਉਦਾਸੀ ਆਪਾਂ ਕਹਿ ਸਕਦੇ ਹਾਂ, ਉਹਨਾਂ ਨੂੰ ਕੀ ਕਰ ਲਿਆ 1520 ਦੇ ਵਿੱਚ ਸਾਇਦਪੁਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਇਹ ਜਿਹੜੀਆਂ 4 ਯਾਤਰਾਵਾਂ ਸੀਗੀਆਂ, 4 ਉਦਾਸੀਆਂ ਸੀਗੀਆਂ ਗੁਰੂ ਨਾਨਕ ਦੇਵ ਜੀ ਦੀਆਂ, ਬਹੁਤ ਹੀ ਮਹੱਤਵਪੂਰਨ ਨੇ ਜੀ ਇਹ ਉਦਾਸੀਆਂ, ਕਿਉਂਕਿ ਕਈ ਵਾਰੀ ਕੁਐਸਚਨ ਇਹਨਾਂ ਦੇ ਵਿੱਚੋਂ ਆਉਂਦਾ ਹੈ, ਬਹੁਤ ਵਾਰ ਇਹਨਾਂ ਦੇ ਵਿੱਚੋਂ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਕੀ ਸੀਗਾ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਜਾਂ ਕਰਤਾਰਪੁਰ ਸ਼ਹਿਰ ਪਾਕਿਸਤਾਨ ਦੇ ਵਿੱਚ ਹਲੇ ਵੀ ਹੈਗੇ ਜੀ, ਵਸਾਇਆ ਗਿਆ ਸੀਗਾ ਗੁਰੂ ਨਾਨਕ ਦੇਵ ਜੀ ਦੁਆਰਾ। ਗੁਰੂ ਨਾਨਕ ਦੇਵ ਜੀ ਨੇ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਸ਼ਲੋਕ ਲਿਖੇ ਨੇ, ਉਹ ਕਿੰਨੇ ਲਿਖੇ ਹੋਏ ਨੇ ਜੀ, 974 ਸ਼ਲੋਕ। 974 ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਜੀ, ਕਿਹਨਾਂ ਦੇ, ਗੁਰੂ ਨਾਨਕ ਦੇਵ ਜੀ ਦੇ। ਅੱਗੇ ਕੀ ਹੈ ਜੀ, ਇਹਨਾਂ ਦੀਆਂ ਰਚਨਾਵਾਂ ਬਾਰੇ ਆਪਾਂ ਗੱਲ ਕੀਤੀ ਜਾਵੇ ਤਾਂ ਜਿਹੜੀ ਸਭ ਤੋਂ ਬਹੁਤ ਵਾਰ ਪੁੱਛੀ ਜਾਣ ਵਾਲੀ ਹੈ ਕਿ ਬਾਬਰ ਬਾਣੀ ਕਿਹਦੇ ਦੁਆਰਾ ਲਿਖੀ ਜਾਂਦੀ ਹੈ। ਬਾਬਰ ਬਾਣੀ ਦੇਖੋ, ਕਿਉਂਕਿ ਬਾਬਰ ਬਾਣੀ ਉਹ ਚੌਥੀ ਉਦਾਸੀ ਦੇ ਵਿੱਚ ਕੀ ਕੀਤਾ ਸੀਗਾ, 1520 ਦੇ ਵਿੱਚ ਸਾਇਦਪੁਰ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜੀ। ਤਾਂ ਉੱਥੇ ਹੀ ਕੀ ਲਿਖਿਆ ਸੀਗਾ, ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦਾ ਜ਼ਿਕਰ ਕੀਤਾ ਹੈ। ਬਾਬਰ ਬਾਣੀ ਕਿਹਨਾਂ ਦੁਆਰਾ ਲਿਖੀ ਗਈ ਹੈ, ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਹੈ। ਉਸ ਤੋਂ ਬਾਅਦ ਕੀ ਹੈ ਜੀ, ਫੇਮਸ ਜਿਹੜੀਆਂ ਰਚਨਾਵਾਂ ਨੇ ਇਹਨਾਂ ਦੀਆਂ ਇਹ ਸਾਰੀਆਂ, ਜਪਜੀ ਸਾਹਿਬ, ਆਸ਼ਾ ਦੀ ਵਾਰ, ਬਾਰਮਹਾਲ, ਸਿੱਧਗੋਸ਼ਟ ਤੇ ਓਂਕਾਰ ਪੱਟੀ। ਕੀ ਹੈ ਜੀ, ਓਂਕਾਰ ਪੱਟੀ, ਇੱਕ ਓਂਕਾਰ ਜਿਹੜੇ ਨੂੰ ਕਹਿੰਦੇ ਆ ਓਂਕਾਰ ਪੱਟੀ। ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਜੀ, ਉਹ ਕਿਹਨਾਂ ਦੀਆਂ ਨੇ, ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ ਨੇ ਜੀ। ਤਾਂ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਕਈ ਵਾਰੀ ਪੁੱਛਿਆ ਜਾਂਦਾ ਹੁੰਦਾ ਹੈ ਕਿ ਲੰਗਰ ਪ੍ਰਥਾ ਦੇਖੋ, ਲੰਗਰ ਪ੍ਰਥਾ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀ। ਲੰਗਰ ਪ੍ਰਥਾ ਦੀ ਜਿਹੜੀ ਆਈਡੀਆ ਸੀਗਾ ਤਾਂ ਉਹ ਕਿਹਨਾਂ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ, ਗੁਰੂ ਨਾਨਕ ਦੇਵ ਜੀ ਦੁਆਰਾ
ਸ਼ੁਰੂ ਕੀਤਾ ਗਿਆ ਸੀਗਾ। ਦੇਖੋ ਬਹੁਤ ਵਾਰ ਪੇਪਰ ਦੇ ਵਿੱਚ ਆਉਂਦਾ ਕਿਉਂਕਿ ਉੱਥੇ ਗੁਰੂ ਨਾਨਕ ਦੇਵ ਜੀ ਹੁੰਦਾ, ਅਗਲੇ ਨੈਕਸਟ ਗੁਰੂ ਜਿਹੜੇ ਹੈਗੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤਾਂ ਇਹ ਚੀਜ਼ਾਂ ਬਹੁਤ ਵਾਰ ਪੁੱਛੀਆਂ ਜਾਂਦੀਆਂ ਵੀ ਗੁਰੂ ਨਾਨਕ ਦੇਵ ਜੀ ਜਿਹੜੀ ਹੈਗੇ ਲੰਗਰ ਪ੍ਰਥਾ 20 ਰੁਪਈਆਂ ਦਾ ਭੁੱਖੇ ਸਾਧਾਂ ਨੂੰ ਕੀ ਕੀਤਾ ਸੀ, ਉਹਨਾਂ ਨੇ ਲੰਗਰ ਛਕਾਇਆ ਸੀਗਾ। ਤਾਂ ਇਹ ਚੀਜ਼ਾਂ ਕਾਫੀ ਵਾਰੀ ਪੁੱਛੀਆਂ ਜਾਂਦੀਆਂ ਨੇ। ਅਤੇ ਜ਼ਰੂਰ ਯਾਦ ਰੱਖਿਓ ਕਿ ਲੰਗਰ ਪ੍ਰਥਾ ਦਾ ਆਈਡੀਆ ਜਿਹੜਾ ਹੈਗਾ ਸੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤਾ ਸੀ। ਤਾਂ ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਕੀ ਕੀਤਾ ਜੀ, ਉਹਨਾਂ ਨੇ ਆਪਣੇ ਅੰਤਮ ਜਿਹੜੇ ਹੈਗੇ ਆ ਸਾਹ ਉੱਥੇ ਲਏ, ਜੋਤੀ ਜੋਤ ਸਮਾ ਗਏ ਜੀ ਕਰਤਾਰਪੁਰ ਦੇ ਵਿੱਚ 1539 ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਗੁਰੂ ਬਣਦੇ ਆ ਜੀ ਇਹਨਾਂ ਦੇ। ਬਹੁਤ ਹੀ ਵਧੀਆ ਕਹਾਣੀ ਹੈ ਨੈਕਸਟ ਗੁਰੂ ਦੀ। ਉਹ ਮੈਂ ਤੁਹਾਨੂੰ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਕਹਾਣੀ ਦੱਸਦਾ। ਗੁਰੂ ਅੰਗਦ ਦੇਵ ਜੀ ਦਾ ਜਿਹੜਾ ਓਰੀਜਨਲ ਨੇਮ ਹੁੰਦਾ ਸੀਗਾ, ਤਾਂ ਉਹ ਓਰੀਜਨਲ ਨੇਮ ਹੁੰਦਾ ਸੀਗਾ ਭਾਈ ਲਹਿਣਾ ਜੀ, ਭਾਈ ਲਹਿਣਾ ਜੀ। ਤਾਂ ਇਹਨਾਂ ਦਾ ਜਿਹੜਾ ਓਰੀਜਨਲ ਨੇਮ ਹੁੰਦਾ ਸੀਗਾ ਭਾਈ ਲਹਿਣਾ ਜੀ ਹੁੰਦਾ ਸੀਗਾ। ਜਿਹੜਾ ਇਹਨਾਂ ਦਾ ਟਾਈਮ ਪੀਰੀਅਡ ਰਿਹਾ ਉਹ ਰਿਹਾ ਜੀ 1504 ਤੋਂ ਲੈ ਕੇ 1552 ਦੇ ਵਿੱਚ, 52 ਤੱਕ ਇਹਨਾਂ ਦਾ ਟਾਈਮ ਪੀਰੀਅਡ ਰਿਹਾ। ਆਪਾਂ ਇਹਨਾਂ ਦੇ ਪਹਿਲਾਂ ਤਾਂ ਇਹ ਦੇਖੀਏ ਵੀ ਇਹ ਗੁਰੂ ਅੰਗਦ ਦੇਵ ਜੀ ਕਿਵੇਂ ਬਣੇ। ਠੀਕ ਹੈ, ਭਾਈ ਲਹਿਣਾ ਸਿੰਘ ਜੀ ਇਹਨਾਂ ਦਾ, ਭਾਈ ਲਹਿਣਾ ਜੀ ਇਹਨਾਂ ਦਾ ਪਹਿਲਾ ਨਾਮ ਹੁੰਦਾ ਸੀ। ਤਾਂ ਗੁਰੂ ਅੰਗਦ ਦੇਵ ਜੀ ਤੱਕ ਇਹਨਾਂ ਦਾ ਸਫ਼ਰ ਕਿੱਦਾਂ ਦਾ ਰਿਹਾ। ਤਾਂ ਇਹਨਾਂ ਦਾ ਕੀ ਸੀਗਾ ਕਿ ਭਾਈ ਲਹਿਣਾ ਜੀ ਜਿਹੜੇ ਹੈਗੇ ਸੀਗੇ ਉਹ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਸੀ। ਤਾਂ ਭਾਈ ਲਹਿਣਾ ਜੀ ਇੱਕ ਸਧਾਰਨ ਬੰਦੇ ਸੀਗੇ। ਠੀਕ ਹੈ, ਟੋਟਲੀ ਸਧਾਰਨ ਬੰਦੇ, ਖੇਤੀ ਕਰਨ ਵਾਲਾ ਬੰਦਾ ਸੀਗਾ। ਭਾਈ ਲਹਿਣਾ ਜੀ ਦੇ ਪਿੰਡ ਦੇ ਵਿੱਚ ਦੀ ਇੱਕ ਬੰਦਾ ਸੀਗਾ, ਉਹ ਕੀ ਕੀਤਾ, ਉਹ ਗੁਰੂ ਨਾਨਕ ਦੇਵ ਜੀ ਦੇ ਸਲੋਕ ਸੁਣਾਉਂਦਾ ਭਾਈ ਪਿੰਡ ਦੇ ਵਿੱਚ ਤੋਂ ਹੀ ਲੰਘ ਰਿਹਾ ਸੀਗਾ। ਉਸ ਬੰਦੇ ਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਉਸ ਬੰਦੇ ਦਾ ਨਾਮ ਸੀਗਾ ਜੀ ਭਾਈ ਜੋਧਾ, ਭਾਈ ਜੋਧਾ ਜੀ। ਭਾਈ ਜੋਧਾ ਜੀ ਕੀ ਕੀਤਾ, ਭਾਈ ਜੋਧਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜਿੰਨੇ ਵੀ ਸਲੋਕ ਸੀਗੇ, ਚੰਗੇ ਵਿਚਾਰ ਜਿਹੜੇ ਹੈਗੇ ਆ ਲੋਕਾਂ ਨੂੰ ਦੱਸਦਾ ਪਿੰਡਾਂ ਦੇ ਵਿੱਚ ਦੀ ਲੰਘ ਰਿਹਾ ਸੀਗਾ। ਤਾਂ ਜਦੋਂ ਉਹ ਸਲੋਕ ਗੁਰੂ ਨਾਨਕ ਦੇਵ ਜੀ ਦੇ ਸਲੋਕ ਭਾਈ ਜੋਧਾ ਜੀ ਤਰਫੋਂ ਭਾਈ ਲਹਿਣਾ ਜੀ ਨੇ ਸੁਣੇ, ਤਾਂ ਉਹ ਸਾਰੀ ਰਾਤ ਬੰਦਾ ਚਿੰਤਾ ਦੇ ਵਿੱਚ ਜੁਟ ਗਿਆ। ਕਹਿੰਦਾ ਵੀ ਇੰਨੇ ਸੋਹਣੇ ਸ਼ਬਦ ਜਾਂ ਇੰਨੇ ਸੋਹਣੇ ਵਿਚਾਰਾਂ ਵਾਲਾ ਬੰਦਾ ਕਿੰਨਾ ਮਹਾਨ ਹੋਊਗਾ ਯਾਰ, ਜਿਹੜਾ ਇੰਨੇ ਸੋਹਣੇ ਵਿਚਾਰ ਰੱਖਦਾ ਹੈ ਜਾਂ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਣ ਲਈ ਜੁਰਤ ਰੱਖਦਾ। ਤਾਂ ਉਸ ਨੀਂਦ ਨਹੀਂ ਆਈ ਭਾਈ ਲਹਿਣਾ ਨੂੰ। ਭਾਈ ਲਹਿਣਾ ਨੇ ਕੀ ਕੀਤਾ, ਉਸ ਬੰਦੇ ਦਾ ਪਿੱਛਾ ਕਰਨਾ ਸਟਾਰਟ ਕਰਤਾ। ਉਸ ਬੰਦੇ ਦਾ ਪਿੱਛਾ ਕੀਤਾ ਤਾਂ ਉਸ ਬੰਦੇ ਨੂੰ ਅਗਲੇ ਪਿੰਡ ਦੇ ਵਿੱਚ ਮਿਲ ਗਿਆ। ਉਹ ਕਹਿੰਦਾ ਯਾਰ ਵੀ ਮੈਨੂੰ ਤੇਰੇ ਵਿਚਾਰ ਬਹੁਤ ਸੋਹਣੇ ਲੱਗਦੇ ਆ ਅਤੇ ਇਹ ਵਿਚਾਰਾਂ ਤੇਰੇ ਬਹੁਤ ਵਧੀਆ ਨੇ। ਕਹਿੰਦਾ ਮੈਂ ਤੇਰਾ ਫੈਨ ਹੋ ਗਿਆ। ਕਹਿੰਦਾ ਯਾਰ ਇਹ, ਉਹ ਭਾਈ ਜੋਧਾ ਜੀ ਬੋਲਦੇ ਕਹਿੰਦਾ ਵੀ ਇਹ ਵਿਚਾਰ ਮੇਰੇ ਨਹੀਂ ਹੈਗੇ, ਇਹ ਵਿਚਾਰ ਜਿਹੜੇ ਗਾਉਣ ਵਾਲਾ ਜਾਂ ਦੱਸਣ ਵਾਲਾ ਲੋਕਾਂ ਨੂੰ, ਉਹ ਤਾਂ ਆਪ ਭਾਈ ਪਾਕਿਸਤਾਨ ਦੇ ਵਿੱਚ ਬੈਠਾ ਹੈ। ਉਹ ਕਹਿੰਦਾ ਯਾਰ ਮੈਂ ਬੰਦੇ ਨੂੰ ਮਿਲਣਾ ਚਾਹੁੰਦਾ। ਬੰਦਾ ਇੰਪਰੈਸ ਹੋਇਆ ਜੀ ਬੰਦਾ ਗੁਰੂ ਨਾਨਕ ਦੇਵ ਜੀ ਤੋਂ। ਕਹਿੰਦਾ ਯਾਰ ਕੋਈ ਗੱਲ ਨਹੀਂ, ਮਿਲ ਲੈ ਤੂੰ ਭਾਈ ਵਕਤ ਚਲਾ ਜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ, ਉੱਥੇ ਤੁਹਾਨੂੰ ਮਿਲਣਗੇ ਬੰਦੇ। ਚਲੋ ਜੀ, ਕੀ ਕੀਤਾ ਭਾਈ ਲਹਿਣਾ ਜੀ ਨੇ, ਆਪਣਾ ਘਰੇ ਆ ਕੇ ਬੋਰੀ ਬਿਸਤਰਾ ਬੰਨਿਆ ਤਾਂ ਚੱਲ ਪਿਆ ਜੀ। ਲਾਹੌਰ ਬਣੀ, ਕਰਤਾਰਪੁਰ ਸਾਹਿਬ ਚਲਾ ਗਿਆ। ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਜਾ ਕੇ ਜਦੋਂ ਉੱਥੇ ਦੇਖਿਆ ਤਾਂ ਉਹ ਬੰਦਾ ਬਹੁਤ ਹੀ ਇੰਪਰੈਸ ਹੋਇਆ ਗੁਰੂ ਨਾਨਕ ਦੇਵ ਜੀ ਤੋਂ, ਉਹਨਾਂ ਦੀ ਸੇਵਾ ਦੇ ਵਿੱਚ ਜੁਟ ਗਿਆ। ਠੀਕ ਹੈ, ਉਸ ਤੋਂ ਬਾਅਦ ਕੀ ਬਣਿਆ, ਉਹਨਾਂ ਨੂੰ ਸੈਕੰਡ ਜਾਂ ਦੂਸਰੇ ਗੁਰੂ ਦੀ ਉਪਾਧੀ ਦਿੱਤੀ ਗਈ। ਤਾਂ ਜਿਹੜਾ ਇਹਨਾਂ ਦਾ ਗੁਰਗੱਦੀ ਪੀਰੀਅਡ ਜਿਹੜਾ ਹੈਗਾ ਸੀਗਾ, ਤਾਂ ਉਹ ਜ਼ਰੂਰ ਯਾਦ ਰੱਖਿਓ, ਇਹਨਾਂ ਦਾ ਗੁਰਗੱਦੀ ਪੀਰੀਅਡ ਜਿਹੜਾ ਹੈਗਾ ਜੀ 1539 ਰਹਿੰਦਾ ਜੀ। ਕਿਉਂਕਿ 1539 ਦੇ ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਆ। ਤਾਂ 1539 ਦੇ ਵਿੱਚ ਹੀ ਤਾਂ ਇਹਨਾਂ ਨੇ ਗੁਰੂ ਅੰਗਦ ਦੇਵ ਜੀ ਸੈਕੰਡ ਗੁਰੂ ਜਿਹੜੇ ਹੈਗੇ ਆ ਗੁਰੂ ਪੀਰੀਅਡ ਦੇ ਵਿੱਚ ਬਣਦੇ ਆ। ਅਤੇ ਇਹਨਾਂ ਦੇ ਪਿਤਾ ਦਾ ਨਾਮ ਜਿਹੜਾ ਹੈਗਾ ਸੀਗਾ ਭਾਈ ਫੇਰੂ ਮੱਲ ਜੀ ਸੀਗਾ, ਜਾਂ ਭਾਈ ਫੇਰੂ ਜੀ ਤੁਹਾਨੂੰ ਦੇਖਣ ਨੂੰ ਮਿਲੂਗਾ। ਜੇ ਤੁਹਾਨੂੰ ਮਾਤਾ ਦਾ ਪੁੱਛਿਆ ਜਾਵੇ ਤਾਂ ਮਾਤਾ ਜਿਹੜੀ ਹੈਗੀ ਆ ਜੀ ਰਮੋ। ਠੀਕ ਹੈ ਜੀ, ਮਾਤਾ ਜਿਹੜੀ ਹੈਗੀ ਇਹਨਾਂ ਦੀ ਰਮੋ ਸੀਗੇ। ਅਤੇ ਇਹਨਾਂ ਦੀ ਪਤਨੀ ਦਾ ਨਾਮ ਬੀਬੀ ਖੀਵੀ ਜੀ ਸੀਗਾ। ਬੀਬੀ ਖੀਵੀ ਜੀ ਦਾ ਵੀ ਬਹੁਤ ਆਪਾਂ ਨੂੰ ਕੰਮ ਵਧੀਆ ਜਿਹੜੇ ਹੈਗੇ ਆਪਾਂ ਡਿਸਕਸ ਕਰਾਂਗੇ। ਤਾਂ ਉਸ ਸਮੇਂ ਇੱਕ ਤੁਹਾਨੂੰ ਹੋਰ ਦੱਸ ਦਿੱਤਾ ਜਾਵੇ ਕਿ ਉਸ ਸਮੇਂ ਜਦੋਂ ਮੁਕਤਸਰ ਸਾਹਿਬ ਸੀਗੇ, ਤਾਂ ਮੁਕਤਸਰ ਸਾਹਿਬ ਦੁਰਗਾ ਮਾਤਾ ਦਾ ਬਹੁਤ ਵੱਡਾ ਮਤਲਬ ਕਿ ਫੈਲ ਫੋਲੋਇੰਗ ਸੀਗੀ, ਬਹੁਤ ਜ਼ਿਆਦਾ ਮੰਨਦੇ ਸੀਗੇ। ਤਾਂ ਉਸ ਸਮੇਂ ਦੇ ਵਿੱਚੋਂ ਇਹ ਉਹਨਾਂ ਸਮਿਆਂ ਦੇ ਵਿੱਚੋਂ ਜਿਹੜਾ ਹੈਗਾ ਗੁਰੂ ਪੀਰੀਅਡ ਦੇ ਨਾਲ ਜੁੜਿਆ ਸੀ ਬੰਦਾ। ਤਾਂ ਇਹਨਾਂ ਦੁਆਰਾ ਕੀ ਸੀਗਾ, ਇਹਨਾਂ ਦੇ ਪਤਨੀ ਦਾ ਨਾਮ ਬੀਬੀ ਖੀਵੀ ਜੀ ਸੀਗੇ। ਇਹਨਾਂ ਦੇ 2 ਪੁੱਤਰ ਹੋਏ ਜੀ, ਇੱਕ ਪੁੱਤਰੀ। ਇਹਨਾਂ ਦੇ ਨਾਮ ਕੀ ਸੀਗਾ, ਉਹਨਾਂ ਦਾ ਨਾਮ ਸੀਗਾ ਦਾਸੂ ਅਤੇ ਦਾਤੂ ਜੀ।
ठीक है जी। पुत्री का नाम सीगा जी अमरो जी। तो उन्होंने जिहड़ा हैगा गुरु अंगद देव जी द्वारा गुरमुखी लिपि की काढ़ की गई। गुरमुखी लिपि जिहड़ी आम तौर पर आपां अजकल यूज़ करते हैं, जे आपां नूं पुछी जाए पंजाबी भाषा दे विच किहड़ी लिपि यूज़ की जाती है, तो गुरमुखी लिपि का नाम आता जी, जिहदे विच 35 अखर आरंभ किए गए। तो ये जरूर याद रखियो। गुरमुखी स्क्रिप्ट अंग्रेजी के पिछे जेल सुपरडेंट का एक पेपर होया सी, ਉਹਦੇ ਵਿੱਚ ਇਹ ਰਿਪੀਟ ਹੋਇਆ ਸੀ कि गुरमुखी स्क्रिप्ट ਜਿਹੜੀ ਹੈਗੀ ਆ ਕਿਹੜੇ ਗੁਰੂ ਦੁਆਰਾ ਲਿਖੀ ਗਈ ਸੀ ਜਾਂ ਕਿਹੜੇ ਗੁਰੂ ਦੁਆਰਾ ਕਾਂਡ ਕੱਢੀ ਗਈ ਸੀ। ਤਾਂ ਉਹ ਗੁਰੂ ਸੀਗੇ ਜੀ ਗੁਰੂ ਅੰਗਦ ਦੇਵ ਜੀ। ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਸਕ੍ਰਿਪਟ ਜਾਂ ਗੁਰਮੁਖੀ ਲਿਪੀ ਦੀ ਕਾਂਡ ਕੱਢੀ ਸੀ, ਜਿਹਦੇ ਵਿੱਚ 35 ਅੱਖਰ ਆਰੰਭ ਕੀਤੇ ਸੀ। ਤਾਂ ਨੈਕਸਟ ਕੀ ਹੈ, ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਸਾਖੀ ਲਿਖੀ ਸੀ, ਜੋ ਕਿ ਬਾਲਾ ਜੀ ਦੁਆਰਾ ਦੱਸੀ ਗਈ ਸੀ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਜੀ ਕਿ एक गुरु नानक देव जी का जिन्ना भी जीवनी सी, तो उन्होंने जीवन के बायोग्राफी कह सकते हैं उन्हों की। तो उन्हों की बायोग्राफी जी हैगी आ गुरु अंगद देव जी द्वारा लिखी गई सी। तो वो जी जन्म साखी का सारा जोड़ा मटीरीयल सी, सारा बायोडाटा सी, वो किहदे द्वारा दस्या गया सी, तो जो उनका नाम सीगा जी भाई बाला जी द्वारा ये सारा डाटा दस्या गया सीगा। किन्हां नूं? गुरु अंगद देव जी। तो गुरु अंगद देव जी ने उन जी हैगी साखी लिखी सी, जन्म साखी कहते सी उन्होंने। जन्म साखी किस द्वारा किहड़े गुरु द्वारा लिखी गई सी? तो भाई अंगद देव जी द्वारा लिखी सी, गुरु अंगद देव जी द्वारा लिखी गई सी। बहुत ही महत्वपूर्ण क्वेश्चन बनता जी, जरूर याद रखियो कि बायोग्राफी गुरु नानक देव जी किन्ना द्वारा लिखी गई सी? तो वो लिखी गई सी जी गुरु अंगद देव जी द्वारा लिखी गई सी। तो उस तो बाद की किया जी, गुरु जी द्वारा नौजवानों के लिए मल अखाड़े का शुरू किया गया। देखो पहला की सीगा जोर अमैश करने वास्ते नौजवानों के लिए, तो गुरु अंगद देव जी ने की किया जी मल अखाड़ा शुरू करवाया गया जी। गुरु अंगद देव जी द्वारा खडूर साहब बसाया गया। इत्थे की किया उन्होंने 62 शब्द जोड़े आपदे 62 श्लोक जोड़े हैगे सीगे गुरु ग्रंथ साहब के विच शामिल करवाए जी। तो जरूर याद रखियो जी, गुरु अंगद देव जी द्वारा खडूर साहब नूं ठीक है जी बनाया गया ਜਾਂ ਵਸਾਇਆ ਗਿਆ। तो गुरु जी द्वारा इन्हां द्वारा 62 श्लोक जिहड़े हैगे गुरु ग्रंथ साहब दे विच इन्हां दे दर्ज हैं जी। तो गुरु जी ने 1552 विच खडूर साहब नूं दे विच आखिरी सांस लए जी। उन्होंने 1552 दे विच ज्योति जोत समा गए जी, कित्थे? खडूर साहब दे विच। मोस्ट इंपॉर्टेंट जिन्ने भी पॉइंट बनते हैं तो जरूर याद रखियो, क्योंकि बहुत बार पेपर दे विच पूछे जाते हैं। अगले गुरु वाल वधदे हैं जी, गुरु अमरदास जी। गुरु अमरदास जी का जिहड़ा पीरियड है जी 1479 तो लैके 1574 तक रहिंदा जी। तो इन्हां दा जिहड़ा जन्म है 5 मई 1479 नूं वसराके अंबरसर विखे होया। ये जरूर याद रखियो, वसराके अंबरसर दे विच होया। तो इन्हां दे जिहड़े पिता जी सीगे उन्हां दा नाम की सीगा जी? तेजभान जी। माता का नाम बख्श कौर, पत्नी का नाम जिहड़ी हैगी सीगी मनसा देवी सी। तो जरूर याद रखियो। कई बार देखो पुछदे तो नहीं हैगे, पर आपां नूं करना जरूरी पैंदा। तो इन्हां दे जिहड़े मेन काम जिहड़े हैगे आ वो बहुत ज़्यादा पुछे जाते हैं अपने तो। तो इन्हां दे जिहड़े हैगे जी अगे संतान जा पुत्र सीगे जी मोरी जी, मोहन जी। इन्हां दीयां 2 लड़कियां सीगियां दानी ते बीबी भानी जी। इन्हां दा बहुत, क्योंकि एक इन्हां दी जिहड़ी लड़की दानी जी सीगी, लड़की दानी जी सी बीबी दानी जी, इन्हां दे ब्याह जिहड़ा हुंदा जी भाई जेठा जी नाल हुंदा हैगा। भाई जेठा जी दे नाल हुंदा, जो कि अगे आके चौथे गुरु बनणगे जी, जो कि अगे आके चौथे गुरु बनणगे। क्योंकि इन्हां दे जिहड़ा हैगा उपाधि ਜਾਂ ਇਹਨਾਂ ਨੂੰ अपनी गद्दी का उत्तराधिकारी बना दिता गया सी 1574 ਦੇ ਵਿੱਚ। ਆਪਾਂ ਅੱਗੇ डिस्कस करांगे। ਤਾਂ उस तो बाद की सीगा गुरु अमरदास जी द्वारा मंजी प्रथा ਨੂੰ शुरू किया गया, क्योंकि इन्हां दी बिरध शरीर सीगा। तो इन्हां ने 22 मंजियां स्थापित कीतियां सी। तो बहुत ही मोस्ट इंपॉर्टेंट क्वेश्चन बनता है कि मंजी प्रथा किहड़े गुरु द्वारा शुरू की गई? तो मंजी प्रथा की गई सी जी गुरु अमरदास देव। हुण मंजी प्रथा का मतलब की है? मंजी प्रथा का मतलब की है कि अपने इतिहास नूं फैलाउणा। ठीक है जी। जिवें मैं तुहानूं दस्सिया सीगा कि मुगल कुतुबुद्दीन ऐबक होरे
ਜਾਂ ਮੁਹੰਮਦ ਬਿਨ ਕਾਸਮ ਹੋਰੇ ਇਹ ਕੀ ਕਰਨ ਆਏ ਸੀ ਇੰਡੀਆ ਦੇ ਵਿੱਚ? ਉਹ ਆਪਣੇ ਧਰਮ ਨੂੰ ਫੈਲਾਉਣ ਦੇ ਲਈ ਆਏ ਸੀ, ਠੀਕ ਹੈ ਨਾ। ਤਾਂ ਇੱਦਾਂ ਹੀ ਉਹ ਜਦੋਂ ਆਏ ਸੀ ਆਪਣਾ ਮੁਸਲਮਾਨ ਧਰਮ ਨੂੰ ਫੈਲਾਇਆ ਉਹਨਾਂ ਨੇ, ਮਸਜਿਦਾਂ ਬਣਾਈਆਂ ਹੈ ਨਾ, ਇੱਦਾਂ ਦੀਆਂ ਚੀਜ਼ਾਂ ਬਣਾਉਣ ਲੱਗੇ। ਤਾਂ ਜਦੋਂ ਗੁਰੂ ਪੀਰੀਅਡ ਦੇ ਵਿੱਚ ਕੀ ਸੀਗਾ, ਗੁਰੂ ਅਮਰਦਾਸ ਜੀ ਕੀ ਸੀਗਾ, ਮੰਜੀ ਪ੍ਰਥਾ ਲੈ ਕੇ ਆਏ ਕਿ ਆਪਣਾ ਧਰਮ ਜਿਹੜਾ ਹੈਗਾ ਲੋਕਾਂ ਤੱਕ ਦੱਸਿਆ ਜਾਵੇ ਭਾਈ, ਲੋਕਾਂ ਦੀ ਸੁਰੱਖਿਅਤ ਕਰਨ ਦੇ ਲਈ ਸਿੱਖ ਧਰਮ ਜਿਹੜਾ ਹੈਗਾ ਬਣਾਇਆ ਗਿਆ। ਤਾਂ 22 ਮੰਜੀਆਂ ਸਥਾਪਿਤ ਕੀਤੀਆਂ ਗਈਆਂ ਸੀ, ਤੇ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਕੀ ਹੈ, ਗੁਰੂ ਜੀ ਦੁਆਰਾ ਗੋਇੰਦਵਾਲ ਸਾਹਿਬ ਵਸਾਇਆ ਗਿਆ, ਜਿੱਥੇ ਅੱਜ ਬੌਲੀ ਤਿਆਰ ਕਰਵਾਈ ਜਾਂਦੀ ਹੈ ਕਿ 84 ਪੌੜੀਆਂ ਦਾ ਪਾਠ ਕੀਤਾ ਜਾਂਦਾ। ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਜੀ ਕਿ ਗੋਇੰਦਵਾਲ ਸਾਹਿਬ ਜਿਹੜਾ ਹੈਗਾ ਕਿਹੜੇ ਗੁਰੂ ਜੀ ਦੁਆਰਾ ਵਸਾਇਆ ਗਿਆ ਸੀ, ਤੇ 84 ਪੌੜੀਆਂ ਦਾ ਉੱਥੇ ਪਾਠ ਕੀਤਾ ਜਾਂਦਾ। ਕਿਹਾ ਜਾਂਦਾ ਦੇਖੋ, ਕਿਹਾ ਜਾਂਦਾ ਕਿ ਬੰਦਾ ਜੇਕਰ 84 ਪੌੜੀਆਂ ਦਾ ਪਾਠ ਲਗਾਤਾਰ ਉੱਥੋਂ ਕਰਦਾ ਹੈ ਤਾਂ ਬੰਦਾ ਭਾਈ ਕੀ ਕਰ ਦਿੰਦਾ ਹੈਗਾ, ਜੀਵਨ ਮਰਨ ਤੋਂ ਜਿਹੜਾ ਹੈਗਾ ਮੁਕਤ ਹੋ ਜਾਂਦਾ ਹੈਗਾ, ਠੀਕ ਹੈ ਜੀ। ਤੇ ਜ਼ਰੂਰ ਯਾਦ ਰੱਖਿਓ, ਦੇਖੋ ਥਿਉਰੀ ਆਪਣੀ ਆਪਣੀ, ਤਾਂ ਇਹ ਯਾਦ ਰੱਖਿਓ ਵੀ 84 ਪੌੜੀਆਂ ਉੱਥੇ ਗੋਇੰਦਵਾਲ ਸਾਹਿਬ ਬਣਾਈਆਂ ਗਈਆਂ ਨੇ, ਠੀਕ ਹੈ। ਤਾਂ ਗੋਇੰਦਵਾਲ ਸਾਹਿਬ ਜਿਹੜਾ ਹੈਗਾ ਵਸਾਇਆ ਸੀ ਕਿਹਨਾਂ ਨੇ? ਗੁਰੂ ਅਮਰਦਾਸ ਜੀ ਨੇ। ਉਦੋਂ ਬਾਅਦ ਕੀ ਹੈ, ਆਨੰਦ ਕਾਰਜ ਕੀ ਗੁਰੂ ਜੀ ਦੁਆਰਾ ਸ਼ੁਰੂ ਕੀਤੇ ਗਏ। ਦੇਖੋ ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਹੈ, 4 ਲਾਵਾਂ ਵਾਲੇ ਗੁਰੂ ਅਲੱਗ ਹੋਣਗੇ, ਆਨੰਦ ਕਾਰਜ ਜਿਹੜੇ ਹੈਗੇ ਆ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਸੀ। ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਜਿਹੜਾ ਹੈਗਾ ਸੀਗਾ ਭਾਈ ਜੇਠਾ ਜੀ ਨੂੰ ਬਣਾਇਆ ਗਿਆ ਸੀ, ਜੋ ਕਿ ਕੌਣ ਸੀਗੇ? ਇਹਨਾਂ ਦੇ ਜਵਾਈ ਸੀਗੇ ਜੀ, ਬੀਬੀ ਕਿਹਨਾਂ ਦੇ ਸੀਗੇ? ਬੀਬੀ ਧਾਨੀ ਜੀ ਦੇ, ਬੀਬੀ ਧਾਨੀ ਜੀ ਦੇ ਘਰ ਵਾਲੇ ਸੀਗੇ। ਉਹਨਾਂ ਨੂੰ ਕੀ ਕੀਤਾ, ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਕੀ ਹੈ, ਗੁਰੂ ਜੀ ਦੁਆਰਾ ਆਨੰਦ ਸਾਹਿਬ ਦੀ ਰਚਨਾ ਕੀਤੀ ਗਈ, ਤੇ ਗੁਰੂ ਆਪ ਜੀ ਦੁਆਰਾ ਉਹਨਾਂ ਦੁਆਰਾ ਕੀ ਕੀਤਾ ਗਿਆ, 907 ਸ਼ਬਦ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ। ਤਾਂ ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਕਿ 907 ਸ਼ਬਦ ਜਿਹੜੇ ਹੈਗੇ ਆ ਉਹ ਕਿਹਦੇ ਦੁਆਰਾ ਕੀਤੇ ਗਏ ਜੀ? ਗੁਰੂ ਅਮਰਦਾਸ ਜੀ ਦੁਆਰਾ ਜਿਹੜੇ ਹੈਗੇ ਆ ਇਹਦੇ ਵਿੱਚ ਬਣਾਏ ਗਏ ਜਾਂ ਲਿਖੇ ਗਏ। ਤਾਂ ਅੱਗੇ ਜਿਹੜਾ ਹੈਗਾ ਇੱਕ ਹੋਰ ਹੈ, ਉਦੋਂ ਜਿਹੜਾ ਦੇਖੋ ਇਦੋਂ ਪਹਿਲਾਂ ਜਿਹੜਾ ਹੈਗਾ ਸੀਗਾ ਉਹਨਾਂ ਜਿਹੜੇ ਮੁਗਲ ਅੰਪਾਇਰ ਕਿਹੜੇ ਸੀਗੇ ਉਹ ਵੀ ਆਪਾਂ ਨਾਲ ਡਿਸਕਸ ਕਰਾਂਗੇ। ਤਾਂ ਇਸ ਤੋਂ ਪਹਿਲਾਂ ਜਿਹੜਾ ਹੈਗਾ ਸੀਗਾ ਜਿੱਥੇ ਗੁਰੂ ਅਮਰਦਾਸ ਜੀ ਦਾ ਜਦੋਂ ਟਾਈਮ ਪੀਰੀਅਡ ਚੱਲਦਾ ਸੀ ਤਾਂ ਉਦੋਂ ਹਿੰਦੁਸਤਾਨ ਦਾ ਟੌਪ ਦਾ ਰਾਜਾ ਮੰਨਿਆ ਜਾਂਦਾ ਸੀਗਾ ਜੀ ਅਕਬਰ ਬਾਦਸ਼ਾਹ, ਠੀਕ ਹੈ ਜੀ। ਇੱਥੇ ਮੈਂ ਲਿਖ ਦਿੰਦਾ ਅਕਬਰ ਟੌਪ ਦਾ ਹਿੰਦੁਸਤਾਨ ਦਾ ਰਾਜਾ ਮੰਨਿਆ ਜਾਂਦਾ ਸੀ ਅਕਬਰ ਨੇ ਕੀ ਕੀਤਾ, ਅਕਬਰ ਨੇ ਇਹ ਸੋਚਿਆ, ਕਹਿੰਦਾ ਵੀ ਮੈਂ ਇੱਦਾਂ ਦਾ ਚੰਗਾ, ਦੇਖੋ ਅਕਬਰ ਜਿਹੜਾ ਹੈਗਾ 49 ਸਾਲ ਰਾਜ ਕੀਤਾ ਜੀ ਉਹਨੇ, ਲਗਾਤਾਰ 49 ਸਾਲ। ਕਿਉਂ ਕੀਤਾ? ਕਿਉਂਕਿ ਉਹ ਹਰੇਕ ਧਰਮ ਦੀ ਇੱਜ਼ਤ ਕਰਦਾ ਸੀ, ਇਸੇ ਕਰਕੇ ਬਚ ਗਿਆ, ਨਹੀਂ ਬਾਹਲਾ ਟਾਈਮ ਰੁਕਦਾ ਨਹੀਂ ਹੁੰਦਾ ਇੱਥੇ। ਤਾਂ 49 ਸਾਲ ਬੰਦੇ ਨੇ ਰਾਜ ਕੀਤਾ। ਅਕਬਰ ਕੀ ਸੀਗਾ, ਸਾਰੇ ਧਰਮਾਂ ਨੂੰ ਇੱਜ਼ਤ ਕਰਦਾ ਸੀ। ਤਾਂ ਇਸ ਬੰਦੇ ਨੇ ਕੀ ਕੀਤਾ, ਉਹਨਾਂ ਨੇ ਕਿਹਾ, ਕਹਿੰਦਾ ਵੀ ਮੈਂ ਐਲਾਨ ਕੀਤਾ, ਕਹਿੰਦਾ ਵੀ ਮੈਂ ਗੋਬਿੰਦਵਾਲ ਜਾਣਾ ਹੈ ਅਤੇ ਗੁਰੂ ਅਮਰਦਾਸ ਜੀ ਦੇ ਜਿਹੜੇ ਹੈਗੇ ਮੈਂ ਵਿਚਾਰ ਸੁਣਨੇ ਆ, ਮੈਨੂੰ ਚੰਗੇ ਲੱਗਦੇ ਆ। ਤਾਂ ਉਸ ਨੇ ਕੀ ਕੀਤਾ ਜੀ, ਚਲੋ ਉਹ ਕਹਿੰਦੇ ਇਹ ਗੱਲ ਗੁਰੂ ਅਮਰਦਾਸ ਜੀ ਦੁਆਰਾ ਪਹੁੰਚੀ, ਕਹਿੰਦੇ ਵੀ ਇੱਥੇ ਕਹਿੰਦੇ ਜਿਹੜਾ ਹੈਗਾ ਅਕਬਰ ਬਾਦਸ਼ਾਹ ਉਹਨੂੰ ਕਹਿੰਦਾ ਜੀ, ਉਹ ਕਹਿੰਦਾ ਵੀ ਆ ਜੇ ਜਿੱਥੇ ਲੋਕ ਬੈਠੇ ਆ ਉੱਥੇ ਉਹ ਆ ਕੇ ਬਹਿ ਜੇ, ਮੈਨੂੰ ਕੋਈ ਪ੍ਰੋਬਲਮ, ਮੈਂ ਉਹਨਾਂ ਵਾਸਤੇ ਕੋਈ ਸਪੈਸ਼ਲ ਪ੍ਰਬੰਧ ਤਾਂ ਨਹੀਂ ਕਰਨੇ ਹੈਗੇ। ਤਾਂ ਉਹ ਕੀ ਕਰਨਾ ਜੀ, ਉਹਨਾਂ ਨੇ ਗਏ ਉੱਥੇ। ਤਾਂ ਅਕਬਰ ਬਾਦਸ਼ਾਹ ਜਿਹੜੇ ਹੈਗੇ ਬਹੁਤ ਜ਼ਿਆਦਾ ਇੰਪਰੈਸ ਹੋਏ। ਤਾਂ ਇੰਪਰੈਸ ਹੋਣ ਤੋਂ ਬਾਅਦ ਜਿਹੜੀ ਹੈਗੀ ਆ 84 ਪਿੰਡਾਂ ਦੀ ਜ਼ਮੀਨ ਕੀ ਕੀਤਾ ਜੀ, ਉਹਨਾਂ ਦੇ ਨਾਮ ਲਗਾ ਦਿੱਤੀ ਜੀ, ਉਹਨਾਂ ਦੀ ਲੜਕੀ ਦੇ ਨਾਮ ਲਗਾ ਦਿੱਤੀ, ਠੀਕ ਹੈ। 84 ਪਿੰਡਾਂ ਦੀ ਜ਼ਮੀਨ ਜਿੱਥੇ ਅੱਜ ਅੰਮ੍ਰਿਤਸਰ ਸ਼ਹਿਰ ਵਸਾਇਆ ਗਿਆ ਹੈ। ਇਹ ਜ਼ਰੂਰ ਯਾਦ ਰੱਖਿਓ, ਜਿਹੜੀ ਉਹ 84 ਪਿੰਡਾਂ ਦੀ ਜ਼ਮੀਨ ਜਿਹਨੇ ਦਿੱਤੀ ਸੀਗੀ ਉਹ ਕਿਹਨੇ ਦਿੱਤੀ ਸੀ? ਅਕਬਰ ਬਾਦਸ਼ਾਹ ਨੇ ਦਿੱਤੀ ਸੀਗੀ। ਅਤੇ ਉਹਨਾਂ ਦੀ ਲੜਕੀ ਦੇ ਨਾਮ ਕਰਵਾ ਦਿੱਤੀ। ਅਤੇ ਉਹ ਪਹਿਲਾਂ ਗੁਰੂ ਦੇ ਨਾਮ ਉਹ ਕਹਿੰਦਾ ਵੀ ਮੈਂ ਨਹੀਂ ਲੈਣੀ, ਮੈਂ ਕੀ ਕਰਾਉਣਾ ਜ਼ਮੀਨ ਦਾ, ਠੀਕ ਹੈ। ਉਹ ਕਹਿੰਦਾ ਵੀ ਮੈਂ ਆਪਣੀ ਜਿਹੜੀ ਹੈਗੀ ਆ ਗੁੜੀਆਂ ਨੂੰ ਦੇ ਕੇ ਜਾਣਾ, ਆਪਣੀ ਭੈਣ ਨੂੰ ਦੇ ਕੇ ਜਾਣਾ। ਆਪਣੀ 84 ਪਿੰਡਾਂ ਦੀ ਜ਼ਮੀਨ ਜਿਹੜੀ ਹੈਗੀ ਆ ਉਹਨਾਂ ਦੇ ਨਾਮ ਕਰਵਾ ਦਿੱਤੀ, ਜੋ ਕਿ ਅੱਜ ਉੱਥੇ ਕੀ ਬਣਿਆ ਹੋਇਆ, ਅੰਮ੍ਰਿਤਸਰ ਸਾਹਿਬ ਵਸਿਆ ਹੋਇਆ ਜੀ। ਅਤੇ ਇਹ ਜ਼ਰੂਰ ਯਾਦ ਰੱਖਿਓ। ਅਤੇ ਜਿਹੜੇ ਉਹਨਾਂ ਦੇ ਸਲੋਕ ਸੀਗੇ ਜਾਂ ਸ਼ਬਦ ਸੀਗੇ ਕਿੰਨੇ ਆ, 907 ਸ਼ਬਦ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਆ। ਤਾਂ ਗੁਰੂ ਜੀ 1574 ਦੇ ਵਿੱਚ ਗੋਬਿੰਦਵਾਲ ਸਾਹਿਬ ਜੋਤੀ ਜੋਤ ਸਮਾ ਜਾਂਦੇ ਆ ਜੀ। ਤਾਂ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹਨਾਂ ਦਾ 1574 ਦੇ ਵਿੱਚ ਉਹ ਆਪਣਾ ਉੱਤਰਾਧਿਕਾਰੀ ਜਿਹੜਾ ਹੈਗਾ ਭਾਈ ਜੇਠਾ ਜੀ ਨੂੰ ਬਣਾ ਦਿੰਦੇ ਆ, ਜੋ ਕਿ ਉਹਨਾਂ ਦੇ ਜਵਾਈ ਹੁੰਦੇ ਨੇ। ਅਤੇ ਹੁਣ ਅਗਲਾ ਜਿਹੜੇ ਗੁਰੂ ਜੀ ਜਿਹੜੇ ਹੈਗੇ ਆ ਉਹ ਡਿਸਕਸ ਕਰਦੇ ਆ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਦੇ ਜਿਹੜਾ ਬਣਨ ਤੋਂ ਪਹਿਲਾਂ ਉਹਨਾਂ ਦਾ ਨਾਮ ਜਿਹੜਾ ਹੈਗਾ ਸੀਗਾ ਜੀ
ਭਾਈ ਜੇਠਾ ਜੀ ਸੀਗਾ ਆਪ ਦੇ ਤੀਜੇ ਗੁਰੂ ਦੇ ਜਵਾਈ ਸਨ ਤੇ ਬੀਬੀ ਭਾਨੀ ਜੀ ਨਾਲ ਉਹਨਾਂ ਦੀ ਪਤਨੀ ਸੀਗੀ। ਉਹਨਾਂ ਦਾ ਵਿਆਹ ਜਿਹੜਾ ਹੈਗਾ ਸੀਗਾ ਬੀਬੀ ਭਾਨੀ ਜੀ ਦੇ ਨਾਲ ਹੋਇਆ ਸੀ। ਇਹਨਾਂ ਦਾ ਜਿਹੜਾ ਜਨਮ ਸੀਗਾ ਜੀ 24 ਸਤੰਬਰ 1534 ਸਥਾਨ ਚੂਨਾ ਮੰਡੀ ਲਾਹੌਰ ਦੇ ਨੇੜੇ ਹੋਇਆ। ਤਾਂ ਜ਼ਰੂਰ ਯਾਦ ਰੱਖਿਓ ਜੀ ਕਿ ਇਹਨਾਂ ਦਾ ਜਿਹੜਾ ਜਨਮ ਸੀਗਾ 1534 ਸਥਾਨ ਚੂਨਾ ਮੰਡੀ ਲਾਹੌਰ ਦੇ ਨੇੜੇ ਹੋਇਆ ਸੀਗਾ। ਇਹਨਾਂ ਦੇ ਪਿਤਾ ਹਰੀਦਾਸ ਸੀਗੇ ਜੀ, ਮਾਤਾ ਦਜ਼ਾ ਕੌਰ, ਠੀਕ ਹੈ। ਸੰਤਾਨ 3 ਸੰਤਾਨ ਰਹੇ ਆ ਜੀ ਇਹਨਾਂ ਦੇ। ਕਿਹੜੇ ਕਿਹੜੇ? ਪ੍ਰਿਥਵੀ ਚੰਦ, ਮਹਾਦੇਵ, ਅਰਜਨ ਦੇਵ। ਅੱਗੇ ਜਾ ਕੇ ਜਿਹੜੇ ਗੁਰੂ ਬਣਨਗੇ ਜੀ ਅਰਜਨ ਦੇਵ। ਤਾਂ ਇਹ ਇਹਨਾਂ ਦੇ 3 ਪੁੱਤਰ ਸੀਗੇ ਜੀ। ਉਹਨਾਂ ਦੁਆਰਾ ਇਹ ਅੱਗੇ ਦੇਖਦੇ ਹਾਂ ਜੀ, ਇਹਨਾਂ ਦੁਆਰਾ ਗੁਰੂ ਕਾ ਚੱਕ ਵਸਾਇਆ ਗਿਆ ਅਤੇ ਬਾਅਦ ਦੇ ਵਿੱਚ ਉਹਨੂੰ ਰਾਮਸਰਪੁਰ ਅਤੇ ਨਾਲ ਪ੍ਰਸਿੱਧ ਹੋਇਆ। ਦੇਖੋ ਉਸ ਤੋਂ ਅੱਜ ਕੱਲ੍ਹ ਕੀ ਕਿਹਾ ਜਾਂਦਾ ਹੈ? ਅੰਮ੍ਰਿਤਸਰ ਕਿਹਾ ਜਾਂਦਾ ਹੈਗਾ। ਤਾਂ ਜ਼ਰੂਰ ਯਾਦ ਰੱਖਿਓ ਕਿ ਇਹਨਾਂ ਦੁਆਰਾ ਕੀ ਕੀਤਾ ਗਿਆ ਸੀਗਾ? ਗੁਰੂ ਕਾ ਚੱਕ ਵਸਾਇਆ ਗਿਆ। ਗੁਰੂ ਕਾ ਚੱਕ ਜਾਂ ਚੱਕ ਨਾਨਕੀ ਦੇ ਨਾਮ ਨਾਲ ਵੀ ਕਿਹਾ ਜਾਂਦਾ ਹੈਗਾ। ਅਤੇ ਗੁਰੂ ਕਾ ਚੱਕ ਵਸਾਇਆ ਗਿਆ। ਬਾਅਦ ਵਿੱਚ ਉਹਦਾ ਨਾਮ ਰਾਮਸਰ ਪਿਆ ਜੀ। ਉਸ ਤੋਂ ਬਾਅਦ ਅੱਜ ਕੱਲ੍ਹ ਜਿਹੜਾ ਨਾਮ ਪ੍ਰਸਿੱਧ ਹੈ ਉਹ ਕਿਹਦੇ ਨਾਮ ਹੈ ਜੀ? ਅੰਮ੍ਰਿਤਸਰ ਦੇ ਸਾਹਿਬ ਕਿਹਾ ਜਾਂਦਾ ਹੈ। ਜਿਹੜਾ ਅੰਮ੍ਰਿਤਸਰ ਸਾਹਿਬ ਜਿਹੜਾ ਹੈਗਾ ਸੀਗਾ ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਗਿਆ ਸੀਗਾ। ਤਾਂ ਅੱਗੇ ਦੇਖਦੇ ਹਾਂ ਜੀ, ਆਪ ਜੀ ਨੇ ਮਸੰਦ ਪ੍ਰਥਾ ਨੂੰ ਸ਼ੁਰੂ ਕੀਤਾ। ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਹੈ ਕਿ ਮਸੰਦ ਪ੍ਰਥਾ ਨੂੰ ਇਹਨਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ। ਮਸੰਦ ਪ੍ਰਥਾ ਕੀ ਸੀਗਾ ਜੀ? ਮੱਥਾ ਟੇਕਣ ਦੇ ਲਈ। ਮੱਥਾ ਜਦੋਂ ਆਪਾਂ ਟੇਕਦੇ ਹਾਂ ਉਹ ਕਹਿੰਦੇ ਵੀ ਆਪਣੇ ਕੋਈ ਜਿਹੜਾ ਹੈਗਾ ਜਦੋਂ ਤੁਸੀਂ ਮੱਥਾ ਟੇਕੋਗੇ, ਠੀਕ ਹੈ, ਕੁਛ ਨਾ ਕੁਛ ਭੇਟ ਆ ਜ਼ਰੂਰ ਜਿਹੜੀ ਹੈਗੀ ਆ ਮੱਥੇ ਦੇ ਵਿੱਚ। ਹੁਣ ਅੱਜ ਕੱਲ੍ਹ ਵੀ ਆਪਾਂ ਕੀ ਕਰਦੇ ਹਾਂ? ਅੱਜ ਕੱਲ੍ਹ ਤਾਂ ਪਹਿਲਾਂ ਤਾਂ 1-2 ਰੁਪਏ ਹੁੰਦੇ ਸੀ, ਅੱਜ ਤਾਂ 10-20 ਰੁਪਈਆਂ ਤੋਂ ਅੱਜ ਆਪਾਂ ਘੱਟ ਮੱਥਾ ਨਹੀਂ ਟੇਕਦੇ। ਵੀ ਸ਼ਰਮ ਆਉਂਦੀ ਆ ਵੀ ਆਪਾਂ ਨੂੰ, ਹੈ ਨਾ, ਵੀ 10 ਯਾਰ ਵੀ ਯਾਰ 4-5 ਰੁਪਏ ਜਾਂ ਢਾਲਾ ਕਿਵੇਂ ਟੇਕੀਏ, ਠੀਕ ਹੈ। ਤਾਂ 10 ਜਾਂ 20 ਰੁਪਏ ਹੋਣੇ ਚਾਹੀਦੇ, ਆਪਾਂ ਫਿਰ ਮੱਥਾ ਟੇਕਦੇ ਹਾਂ, ਠੀਕ ਹੈ। ਉਹ ਇਸੇ ਕਰਕੇ ਸੀਗਾ ਕਿ ਸਿੱਖ ਧਰਮ ਨੂੰ ਵਧਾਇਆ ਜਾਵੇ, ਸਿੱਖ ਧਰਮ ਦੇ ਲਈ ਗੁਰਦੁਆਰਿਆਂ ਦੀ ਜਿਹੜੀ ਹੈਗਾ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇ। ਇਸੇ ਕਰਕੇ ਜਿਹੜਾ ਹੈਗਾ ਮਸੰਦ ਪ੍ਰਥਾ ਨੂੰ ਸ਼ੁਰੂ ਕੀਤਾ ਗਿਆ ਸੀਗਾ। ਤਾਂ ਗੁਰੂ ਜੀ ਉਦਾਸੀ ਜਿਹੜਾ ਹੈਗਾ ਉਦਾਸੀ ਸੈਕਟਰ ਡੇਰਾ ਸੀ ਜਿਹੜਾ ਹੈਗਾ ਸੀਗਾ, ਪਹਿਲੇ ਗੁਰੂ ਬਣੇ ਆ ਜਿਨ੍ਹਾਂ ਨੇ ਕੀ ਕੀਤਾ? ਗੁਰੂ ਜੀ ਦੁਆਰਾ ਉਦਾਸੀ ਸੈਕਟਰ ਡੇਰਾ ਵਿਖੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਗਏ ਸੀਗੇ ਜੀ। ਕੌਣ ਮਿਲਣ ਗਿਆ ਸੀਗਾ? ਗੁਰੂ ਰਾਮਦਾਸ ਜੀ। ਤਾਂ ਜ਼ਰੂਰ ਯਾਦ ਰੱਖਿਓ ਕਿ ਸ਼੍ਰੀ ਚੰਦ ਜੀ ਨੂੰ ਪਹਿਲੀ ਵਾਰ ਮਿਲਣ ਕਿਹੜਾ ਗੁਰੂ ਗਿਆ ਸੀਗਾ? ਗੁਰੂ ਰਾਮਦਾਸ ਜੀ। ਸ਼੍ਰੀ ਚੰਦ ਕੌਣ ਸੀ? ਗੁਰੂ ਨਾਨਕ ਦੇਵ ਜੀ ਦਾ ਮੁੰਡਾ ਸੀਗਾ ਜੀ, ਜਿਹੜੇ ਨੇ ਕੀ ਕੀਤਾ ਸੀਗਾ? ਸੰਨਿਆਸ ਲੈ ਗਿਆ ਸੀ, ਜ਼ਿੰਦਗੀ ਦੇ ਵਿੱਚ ਸਾਧ ਬਣ ਗਿਆ ਸੀਗਾ। ਤਾਂ ਕੌਣ ਸੀਗਾ? ਸ਼੍ਰੀ ਚੰਦ ਸੀਗਾ। ਤਾਂ ਉਹਨਾਂ ਨੂੰ ਮਿਲਣ ਲਈ ਕੌਣ ਗਏ ਸੀਗੇ? ਗੁਰੂ ਰਾਮਦਾਸ ਜੀ ਗਏ ਸੀਗੇ। ਤਾਂ ਉਸ ਸਮੇਂ ਸ਼੍ਰੀ ਚੰਦ ਦੀ ਜਿਹੜੀ ਉਮਰ ਸੀ 135 ਸਾਲ ਦੀ ਸੀ। ਉਸ ਸਮੇਂ ਉਮਰ ਜਿਹੜੀ ਹੈਗੀ ਸੀ 135 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਸੀ ਜਦੋਂ ਉਹ ਉੱਥੇ ਮਿਲਣ ਲਈ ਗਏ ਸੀ। ਤਾਂ ਅੱਗੇ ਕੀ ਹੈ ਜੀ? ਗੁਰੂ ਜੀ ਦੁਆਰਾ 4 ਲਾਵਾਂ ਜਾਂ 4 ਲਾਵਾਂ ਸ਼ੁਰੂ ਕੀਤੀਆਂ ਗਈਆਂ। ਬਹੁਤ ਹੀ ਮਹੱਤਵਪੂਰਨ ਕੁਐਸਚਨ ਬਣਦਾ ਹੈ ਕਿ ਲਾਵਾਂ। ਦੇਖੋ ਆਪਾਂ ਪਹਿਲਾਂ ਕੀਤਾ ਕਿ ਆਨੰਦ ਕਾਰਜ ਕਿਹੜੇ ਗੁਰੂ ਦੁਆਰਾ ਸ਼ੁਰੂ ਕੀਤੇ ਗਏ ਸੀਗੇ? ਤਾਂ ਉਹ ਵੀ ਆਪਾਂ ਦੇਖਿਆ ਜੀ, ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੀਗੇ ਆਨੰਦ ਕਾਰਜ ਜਿਹੜੇ ਹੈਗੇ ਆ ਗੁਰੂ ਅਮਰਦਾਸ ਜੀ ਦੁਆਰਾ। ਅਤੇ 4 ਲਾਵਾਂ ਜਿਹੜੇ ਹੈਗੇ ਆ ਉਹ ਕਿਹੜੇ ਗੁਰੂ ਦੁਆਰਾ ਸ਼ੁਰੂ ਕੀਤੀਆਂ ਗਈਆਂ ਸੀਗੀਆਂ? ਤਾਂ ਉਹ ਸ਼ੁਰੂ ਕੀਤੀਆਂ ਗਈਆਂ ਸੀ ਗੁਰੂ ਰਾਮਦਾਸ ਜੀ ਦੁਆਰਾ। ਤਾਂ ਇਹ ਜ਼ਰੂਰ ਯਾਦ ਰੱਖਿਓ ਕਿਉਂਕਿ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਇਹਨਾਂ ਦਾ ਟਾਈਮ ਪੀਰੀਅਡ ਮੈਂ ਲਿਖਣਾ ਭੁੱਲ ਗਿਆ ਇੱਥੇ। ਇਹਨਾਂ ਦਾ ਟਾਈਮ ਪੀਰੀਅਡ ਜਿਹੜਾ ਹੈਗਾ ਸੀਗਾ 1574 ਤੋਂ ਲੈ ਕੇ 1581 ਤੱਕ ਸੀਗਾ ਜੀ। ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਸੀਗਾ 1574 ਤੋਂ ਲੈ ਕੇ 1581 ਤੱਕ ਇਹਨਾਂ ਦਾ ਟਾਈਮ ਪੀਰੀਅਡ ਰਿਹਾ ਜੀ। ਤਾਂ ਅੱਗੇ ਦੇਖਦੇ ਹਾਂ ਜੀ, ਇਹਨਾਂ ਦੁਆਰਾ 30 ਰਾਗ ਅਤੇ 638 ਸ਼ਬਦ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਦਰਜ ਹਨ ਜੀ। ਜ਼ਰੂਰ ਯਾਦ ਰੱਖਿਓ 30 ਰਾਗ ਅਤੇ 638 ਸ਼ਬਦ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਦਰਜ ਨੇ ਜੀ। ਇਹਨਾਂ ਨੇ ਆਪਣਾ ਉੱਤਰਾਧਿਕਾਰੀ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਹੈਗਾ ਬਣਾਇਆ ਗਿਆ ਜੀ। ਤਾਂ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਆਪਣਾ ਉੱਤਰਾਧਿਕਾਰੀ ਅਗਲੀ ਗੱਦੀ ਦਾ ਬਣਾਇਆ ਗਿਆ। ਤਾਂ ਆਪ ਜੀ ਇਹਨਾਂ ਦੀ ਜਿਹੜੀ ਹੈਗੀ ਜੋਤੀ ਜੋਤ ਸਮਾਉਣ ਦੀ ਜਿਹੜੀ ਸਮਾਂ ਸੀਗਾ ਉਹ 1581 ਈਸਵੀ ਵਿੱਚ ਗੋਬਿੰਦਵਾਲ ਸਾਹਿਬ ਦੇ ਵਿੱਚ ਜੋਤੀ ਜੋਤ ਸਮਾ ਗਏ ਸੀਗੇ। ਤਾਂ ਉਦੋਂ ਬਾਅਦ ਜਿਹੜੇ ਹੈਗੇ ਆ ਗੁਰੂ ਜਿਹੜੇ ਬਣਦੇ ਆ ਜੀ, 5ਵੇਂ ਗੁਰੂ ਜਿਹੜੇ ਆਪਣੇ ਬਣਦੇ ਆ ਉਹ ਬਣਦੇ ਆ ਜੀ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਆ ਉਹਨਾਂ ਦਾ ਜਨਮ ਜਿਹੜਾ ਹੈਗਾ ਜੀ ਉਹ 15 ਅਪ੍ਰੈਲ 1563 ਗੋਬਿੰਦਵਾਲ ਸਾਹਿਬ ਦੇ ਵਿੱਚ ਹੁੰਦਾ ਜੀ। ਇਹਨਾਂ ਦੇ ਪਿਤਾ ਦਾ ਨਾਮ ਕੀ ਹੈ ਜੀ? ਗੁਰੂ ਰਾਮਦਾਸ ਜੀ। ਮਾਤਾ ਦਾ ਨਾਮ ਬੀਬੀ ਭਾਨੀ ਜੀ। ਪਤਨੀ ਦਾ ਨਾਮ ਜਿਹੜੀ ਹੈਗੀ ਹੈ ਗੰਗਾ ਜੀ ਹੈ ਜੀ। ਇਹਨਾਂ ਦਾ ਸੰਤਾਨ ਜਿਹੜਾ ਹੈਗਾ ਇੱਕ ਇਕਲੌਤਾ ਪੁੱਤਰ ਗੁਰੂ
हरगोबिंद जी इन्हां दा जन्म होया जी, इन्हां दे पुत्र सीगे। तां इन गुरु जी द्वारा दसवंध प्रथा नूं शुरू करवाया गया। दसवंध प्रथा की सीगी? दसवंध प्रथा दा मतलब की है? दसवंध प्रथा हुंदी है कि जो जिहड़ा तुसीं अपनी कमाई करदे हो ਉਹਦੇ ਵਿੱਚੋਂ 1/10ਵਾਂ ਹਿੱਸਾ ਜਿਹੜਾ ਹੈਗਾ ਜੀ ਉਹ ਕੀ ਹੈ ਗੁਰਦੁਆਰਿਆਂ ਦੇ ਲਈ ਕੱਢਿਆ ਜਾਵੇ। 1/10ਵਾਂ ਹਿੱਸਾ ਆਪਾਂ ਸਿੱਧੀ ਕਹਿ ਦਿੰਦੇ 10ਵਾਂ ਹਿੱਸਾ ਜਿਹੜਾ ਹੈਗਾ ਉਹ ਗੁਰੂ ਘਰ ਦੇ ਲਈ ਕੱਢ ਦਿੱਤਾ ਜਾਵੇ, ਤਾਂ ਜਿਹਨੂੰ ਕੀ ਕਿਹਾ ਜਾਂਦਾ ਸੀਗਾ? ਦਸਵੰਧ ਪ੍ਰਥਾ ਕਿਹਾ ਜਾਂਦਾ ਸੀ। ਦਸਵੰਧ ਪ੍ਰਥਾ ਕਿਹੜੇ ਗੁਰੂ ਦੁਆਰਾ ਸ਼ੁਰੂ ਕੀਤੀ ਗਈ ਸੀ? ਤਾਂ ਜ਼ਰੂਰ ਯਾਦ ਰੱਖਿਓ, ਗੁਰੂ ਅਰਜਨ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹਨਾਂ ਦੇ ਜਿਹੜਾ ਸਮਾਂ ਸੀਗਾ ਉਹ ਰਿਹਾ ਸੀਗਾ 1581 ਤੋਂ ਲੈ ਕੇ, ਇਹਨਾਂ ਦਾ ਜਿਹੜਾ ਸਮਾਂ ਸੀ ਉਹ 1581 ਤੋਂ ਲੈ ਕੇ ਰਿਹਾ ਸੀਗਾ ਜੀ 1606 ਤੱਕ। 1581 ਤੋਂ ਲੈ ਕੇ 1606 ਤੱਕ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਰਹਿੰਦਾ ਜੀ। ਠੀਕ ਹੈ ਜੀ। ਜਨਮ ਮੈਂ ਤੁਹਾਨੂੰ ਦੱਸ ਦਿੱਤਾ। ਦਸਵੰਧ ਪ੍ਰਥਾ ਜਿਹੜੀ ਹੈਗੀ ਆ ਗੁਰੂ ਅਰਜਨ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਗੁਰੂ ਜੀ ਦੁਆਰਾ ਪਹਿਲੇ 5 ਗੁਰੂਆਂ ਦੀ ਬਾਣੀ ਨੂੰ ਇਕੱਠਾ, ਦੇਖੋ ਪਹਿਲੇ 5 ਗੁਰੂ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਲਿਖੀ ਹੋਈ ਆ, ਪਹਿਲੇ 5 ਗੁਰੂ, 9ਵੇਂ ਤੇ 10ਵੇਂ ਗੁਰੂ, ਇਹਨਾਂ ਗੁਰੂਆਂ ਦੀ ਬਾਣੀ ਜਿਹੜੀ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹਨਾਂ ਨੇ ਕੀ ਕੀਤਾ? ਪਹਿਲੇ 5 ਜਿਹੜੇ ਗੁਰੂ ਸੀਗੇ ਉਹਨਾਂ ਦੀ ਬਾਣੀ ਨੂੰ, ਠੀਕ ਹੈ, ਕੰਪੋਜ਼ ਕੀਤਾ, ਇਕੱਠਾ ਕੀਤਾ ਤੇ ਆਦਿ ਗ੍ਰੰਥ ਦੀ ਰਚਨਾ ਕਰ ਦਿੱਤੀ ਗਈ। ਤੇ ਆਦਿ ਗ੍ਰੰਥ ਦੀ ਰਚਨਾ ਕਦੋਂ ਕੀਤੀ ਗਈ ਸੀ? 1604 ਦੇ ਵਿੱਚ। ਠੀਕ ਹੈ ਜੀ। ਸੰਪੂਰਨ ਤੌਰ 'ਤੇ ਜਿਹੜਾ ਹੈਗਾ ਇਹਦੀ ਰਚਨਾ ਕਰ ਦਿੱਤੀ ਗਈ ਸੀ। ਆਦਿ ਗ੍ਰੰਥ ਦੀ ਸੰਪੂਰਨ ਕਰਵਾਇਆ ਗਿਆ ਸੀ, ਲਿਖ ਦਿੱਤਾ ਗਿਆ ਸੀਗਾ। ਠੀਕ ਹੈ ਜੀ। 1604 ਦੇ ਵਿੱਚ ਜਿਹੜਾ ਹੈਗਾ ਕੰਪਲੀਟ ਕਰ ਦਿੱਤਾ ਗਿਆ ਸੀਗਾ। ਤੇ ਇਹਨਾਂ ਕੀ ਕੀਤਾ? 1599 ਦੇ ਵਿੱਚ ਗੁਰੂ ਜੀ ਦੁਆਰਾ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਜਾਂਦੀ ਹੈ ਜੀ। ਕਿਹਦੇ ਦੁਆਰਾ? ਸੂਫੀ ਸੰਤ ਮੀਆਂ ਮੀਰ ਜਿਹੜਾ ਹੈਗਾ ਉਹਨਾਂ ਦੀ ਨੀਂਹ ਰੱਖਦੇ ਨੇ ਜੀ। 1589 ਦੇ ਵਿੱਚ ਜਿਹੜੀ ਹੈਗੀ ਹੈ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਜਾਂਦੀ ਹੈ। ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਤਾਂ ਜ਼ਰੂਰ ਯਾਦ ਰੱਖਿਓ ਕਿ 1599 ਦੇ ਵਿੱਚ ਕੀ ਹੈ? ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈਗੀ ਆ ਸੂਫੀ ਸੰਤ ਮੀਆਂ ਮੀਰ ਤੋਂ ਦੁਆਰਾ ਰਖਵਾਈ ਜਾਂਦੀ ਹੈ। ਤੇ ਕਿੰਨਾ ਨੇ ਰਖਵਾਈ ਸੀਗੀ? ਗੁਰੂ ਅਰਜਨ ਦੇਵ ਜੀ ਨੇ ਰਖਵਾਈ ਸੀ। ਤਾਂ ਉਸ ਤੋਂ ਬਾਅਦ ਕੀ ਆ? ਭਾਈ ਗੁਰਦਾਸ ਜੀ ਦੁਆਰਾ ਅਰਜਨ ਦੇਵ ਜੀ ਦੇ ਕਹੇ ਮੁਤਾਬਕ 1604 ਈਸਵੀ ਨੂੰ ਆਦਿ ਗ੍ਰੰਥ ਨੂੰ ਸੰਪੂਰਨ ਕੀਤਾ ਗਿਆ ਸੀ। ਹੁਣ ਆਦਿ ਗ੍ਰੰਥ ਨੂੰ ਲਿਖਵਾਇਆ ਕਿਹਨੇ ਸੀਗਾ? ਗੁਰੂ ਅਰਜਨ ਦੇਵ ਜੀ ਨੇ। ਲਿਖਿਆ ਕਿਹਨੇ ਸੀ? ਤਾਂ ਉਹ ਜ਼ਰੂਰ ਯਾਦ ਰੱਖਿਓ, ਭਾਈ ਗੁਰਦਾਸ ਜੀ ਦੁਆਰਾ ਲਿਖਿਆ ਗਿਆ ਸੀਗਾ। 1604 ਦੇ ਵਿੱਚ ਆਦਿ ਗ੍ਰੰਥ ਨੂੰ ਪੂਰਨ ਤੌਰ 'ਤੇ ਲਿਖ ਦਿੱਤਾ ਗਿਆ ਸੀਗਾ ਜੀ। ਤਾਂ ਇਹ ਜਦੋਂ ਲਿਖ ਦਿੱਤਾ ਗਿਆ ਸੀ, ਜਦੋਂ ਹਰਿਮੰਦਰ ਸਾਹਿਬ ਬਣ ਕੇ ਤਿਆਰ ਹੋ ਗਿਆ ਸੀ, ਤਾਂ ਉਹਦੇ ਵਿੱਚ 16 ਅਗਸਤ 1604 ਈਸਵੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਮਤਲਬ ਕਿ ਆਦਿ ਗ੍ਰੰਥ ਨੂੰ ਸਥਾਪਿਤ ਕਰ ਦਿੱਤਾ ਗਿਆ ਸੀ, ਰੱਖ ਦਿੱਤਾ ਗਿਆ ਸੀਗਾ। ਤਾਂ ਉਦੋਂ ਇਹਨਾਂ ਦੇ ਜਿਹੜੇ ਹੈੱਡ ਗ੍ਰੰਥੀ ਬਣੇ ਸੀਗੇ ਤਾਂ ਉਹ ਕੌਣ ਸੀਗੇ ਜੀ? ਬਾਬਾ ਬੁੱਢਾ ਜੀ। 16 ਅਗਸਤ 1604 ਈਸਵੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਆਦਿ ਗ੍ਰੰਥ ਨੂੰ। ਤੇ ਪਹਿਲੇ ਗ੍ਰੰਥੀ ਜਿਹੜੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ। ਤਾਂ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਆ। ਬਾਬਾ ਬੁੱਢਾ ਜੀ ਦਾ ਬਹੁਤ ਵਾਰ ਜ਼ਿਕਰ ਹੋਇਆ ਪੇਪਰਾਂ ਦੇ ਵਿੱਚ, ਤਾਂ ਜ਼ਰੂਰ ਯਾਦ ਰੱਖਿਓ। ਤਾਂ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਨੇ? ਗੁਰੂ ਅਰਜਨ ਦੇਵ ਜੀ ਦੀਆਂ ਕਿਹੜੀਆਂ ਰਚਨਾਵਾਂ ਨੇ? ਤਾਂ ਉਹ ਦੇਖਦੇ ਹਾਂ। ਤਾਂ ਉਸ ਸਮੇਂ ਵੀ ਜਿਹੜਾ ਹੈਗਾ ਟਾਈਮ ਪੀਰੀਅਡ ਜਿਹੜਾ ਹੈਗਾ ਸੀਗਾ ਅਕਬਰ ਦਾ ਸੀਗਾ ਜੀ। ਅਕਬਰ ਅਤੇ ਜਹਾਂਗੀਰ ਦਾ ਮੁੰਡਾ ਹੁੰਦਾ ਸੀਗਾ ਜੀ। ਠੀਕ ਹੈ। ਤਾਂ ਉਹਨਾਂ ਦਾ ਸਮਾਂ ਰਹਿੰਦਾ ਸੀਗਾ। ਤਾਂ ਇਹਨਾਂ ਨਾਲ ਅਕਬਰ ਠੀਕ ਸੀਗਾ, ਜਹਾਂਗੀਰ ਵੀ ਬੰਦਾ ਠੀਕ ਸੀਗਾ। ਕੁਝ ਬੰਦਿਆਂ ਨੇ ਪੰਪ ਦੇ ਜ਼ਰੀਏ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਪੰਪ ਮਾਰ ਕੇ ਇਸ ਬੰਦੇ ਨੂੰ ਜਹਾਂਗੀਰ ਨੂੰ ਭੜਕਾ ਦਿੱਤਾ ਗਿਆ ਸੀ ਸਿੱਖਾਂ ਦੇ ਖਿਲਾਫ। ਤਾਂ ਉਹ ਕੀ ਸੀਗਾ? ਇੱਕ ਖੁਸਰੋ ਨਾਮ ਦਾ ਬੰਦਾ ਸੀਗਾ। ਉਹਨੇ ਕੀ ਕੀਤਾ ਕਿ ਆਪਣੇ ਲੜਕੇ ਦਾ ਜਿਹੜਾ ਵਿਆਹ ਸੀਗਾ ਉਹ ਆਪਣੀ ਲੜਕੀ ਦਾ ਜਿਹੜਾ ਵਿਆਹ ਸੀਗਾ ਉਹ ਗੁਰੂ ਜੀ ਦੇ ਲੜਕੇ ਦੇ ਨਾਲ ਕਰਨਾ ਚਾਹੁੰਦੇ ਸੀ। ਤਾਂ ਇਹ ਚੀਜ਼ਾਂ ਤੋਂ ਇਨਕਾਰ ਕਰਕੇ ਮਤਲਬ ਕਿ ਇਨਕਾਰ ਕਰਤਾ। ਤਾਂ ਉਹ ਕੀ ਕੀਤਾ? ਜਹਾਂਗੀਰ ਕੋਲੇ ਚਲੇ ਗਏ। ਤਾਂ ਕਾਫੀ ਸਾਰਾ ਜਿਹੜਾ ਹੈਗਾ ਉਹਨਾਂ ਨੂੰ ਭੜਕਾਇਆ ਇਹਨਾਂ ਦੇ ਵਿਰੁੱਧ। ਤਾਂ ਇਹਨਾਂ ਨੂੰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਪਹਿਲੇ ਗੁਰੂ ਸੀਗੇ ਜੋ ਕਿ ਸਿੱਖ ਧਰਮ ਦੇ ਲਈ ਸ਼ਹੀਦ ਹੋਏ ਸੀ। ਪਹਿਲੇ ਗੁਰੂ ਜਿਹੜੇ ਹੈਗੇ ਸੀਗੇ ਮੁਗਲਾਂ ਦੇ ਹੱਥੋਂ ਸਿੱਖ ਧਰਮ ਦੇ ਲਈ ਸ਼ਹੀਦ ਹੋਏ ਸੀ। ਆਪਾਂ ਅੱਗੇ ਡਿਸਕਸ ਵੀ ਕਰਾਂਗੇ। ਤਾਂ ਜ਼ਰੂਰ ਯਾਦ ਰੱਖਿਓ ਉਹਨਾਂ ਦੇ ਸਮੇਂ ਕਿਹੜਾ ਸੀਗਾ? ਅਕਬਰ ਤੇ ਜਹਾਂਗੀਰ ਦਾ ਸਮਾਂ ਸੀ। ਇਹਨਾਂ ਦੀਆਂ ਰਚਨਾਵਾਂ ਬਾਰੇ ਦੇਖ ਲੈਂਦੇ ਹਾਂ ਜੀ। ਰਚਨਾਵਾਂ ਕਿਹੜੀਆਂ ਸੀਗੀਆਂ? ਸੁਖਮਨੀ ਸਾਹਿਬ ਇਹਨਾਂ ਦੀ ਰਚਨਾਵਾਂ ਸੀਗੀਆਂ। ਠੀਕ ਹੈ ਜੀ। ਸੁਖਮਨੀ ਸਾਹਿਬ ਨੂੰ
ਸਹੀ ਰੂਪ ਵਿੱਚ ਕੀ ਕਿਹਾ ਜਾਂਦਾ, ਸ਼ਾਂਤੀ ਦਾ ਜ਼ਬਰ ਦੇ ਨਾਲ ਵੀ ਕਿਹਾ ਜਾਂਦਾ ਜੀ, ਸੁੱਖਾਂ ਦੀ ਮਣੀ ਵੀ ਕਿਹਾ ਜਾਂਦਾ। ਠੀਕ ਹੈ, ਤਾਂ ਇਹ ਜ਼ਰੂਰ ਯਾਦ ਰੱਖਿਓ। ਇਹਦੇ ਵਿੱਚ ਕੀ ਸੀਗਾ ਕਿ ਸੁਖਮਨੀ ਸਾਹਿਬ ਦੇ ਵਿੱਚ 2218 ਠੀਕ ਹੈ ਸਲੋਕ ਜਾਂ ਸ਼ਬਦ ਲਿਖੇ ਹੋਏ ਨੇ ਜੀ। ਇਹ ਜ਼ਰੂਰ ਯਾਦ ਰੱਖਿਓ ਕਿ ਸੁਖਮਨੀ ਸਾਹਿਬ ਕਿਹਦੇ ਦੁਆਰਾ ਲਿਖਿਆ ਗਿਆ ਸੀਗਾ, ਤਾਂ ਇਹ ਜ਼ਰੂਰ ਯਾਦ ਰੱਖਿਓ ਅਰਜਨ ਦੇਵ ਜੀ ਦੁਆਰਾ ਲਿਖਿਆ ਗਿਆ ਸੀ। ਤਾਂ ਅੱਗੇ ਹੋਰ ਕਿਹੜੀਆਂ ਕਿਹੜੀਆਂ ਰਚਨਾਵਾਂ ਨੇ ਉਹ ਦੇਖ ਲੈਂਦੇ ਹਾਂ। ਬਾਰ ਗੁਜਰੀ ਇਹਨਾਂ ਦੀ ਰਚਨਾ ਜੀ, ਬਾਰ ਗੌੜੀ ਜਿਹੜੀ ਹੈਗੀ ਹੈ ਇਹਨਾਂ ਦੀ ਦੁਆਰਾ ਰਚਨਾ ਕੀਤੀ ਗਈ। ਤਾਂ ਗੁਰੂ ਜੀ ਨੇ ਤਰਨਤਾਰਨ ਨਗਰ ਜਿਹੜਾ ਹੈਗਾ 1590 ਦੇ ਵਿੱਚ ਤਰਨਤਾਰਨ ਸ਼ਹਿਰ ਨੂੰ ਵਸਾਇਆ ਸੀਗਾ, ਅਤੇ 1594 ਦੇ ਵਿੱਚ ਕਰਤਾਰਪੁਰ ਸਾਹਿਬ ਨੂੰ ਵਸਾਇਆ ਸੀ, ਜੋ ਕਿ ਅੱਜ ਜਲੰਧਰ ਦੇ ਵਿੱਚ ਹੈ ਜੀ। ਗੁਰੂ ਜੀ ਪਹਿਲੇ ਗੁਰੂ ਬਣੇ ਜੋ ਮੁਗਲਾਂ ਦੇ ਹੱਥੋਂ ਸ਼ਹੀਦ ਹੋਏ ਸੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਹਿਲੇ ਗੁਰੂ ਸੀਗੇ। ਠੀਕ ਹੈ, ਜਹਾਂਗੀਰ ਹੋਰਾਂ ਨੇ ਕੀ ਕੀਤਾ ਸੀਗਾ, ਉਹਨਾਂ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀਗਾ। ਅਤੇ ਜ਼ਰੂਰ ਯਾਦ ਰੱਖਿਓ ਕਿ ਪਹਿਲੇ ਗੁਰੂ ਜਿਹੜੇ ਹੈਗੇ ਮੁਗਲਾਂ ਦੇ ਹੱਥੋਂ ਸ਼ਹੀਦ ਹੋਣ ਵਾਲੇ ਗੁਰੂ ਜਿਹੜੇ ਹੈਗੇ ਆ ਜੀ ਗੁਰੂ ਅਰਜਨ ਦੇਵ ਜੀ ਸੀਗੇ। ਉਸ ਤੋਂ ਬਾਅਦ 1606 ਈਸਵੀ ਦੇ ਵਿੱਚ ਆਪ ਨੂੰ ਲਾਹੌਰ ਦੇ ਵਿਖੇ ਰਾਵੀ ਦਰਿਆ ਦੇ ਕੰਢੇ 'ਤੇ ਤੱਤੀ ਤਵੀ ਦੇ ਉੱਪਰ ਬਿਠਾ ਕੇ ਮੁਗਲਾਂ ਦੇ ਜਹਾਂਗੀਰ ਦੁਆਰਾ ਸ਼ਹੀਦ ਕਰ ਦਿੱਤਾ ਗਿਆ। ਤਾਂ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ, ਤਾਂ ਜ਼ਰੂਰ ਯਾਦ ਰੱਖਿਓ। ਠੀਕ ਹੈ ਜੀ, ਕਿਉਂਕਿ ਕਾਫੀ ਵਾਰੀ ਪੇਪਰ ਦੇ ਵਿੱਚ ਇਹ ਜਿਹੜਾ ਰਿਪੀਟ ਹੋਇਆ ਤਾਂ ਤੁਹਾਡਾ ਜਿਹੜਾ ਹੈਗਾ ਇਸ ਨੂੰ ਜ਼ਰੂਰ ਯਾਦ ਰੱਖਣਾ। ਤਾਂ ਇਹ ਆਦਿ ਗ੍ਰੰਥ ਵਾਲਾ ਵੀ ਤੁਸੀਂ ਜਿਹੜਾ ਹੈਗਾ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛ ਚੁੱਕਿਆ ਜੀ। ਤਾਂ ਆਦਿ ਗ੍ਰੰਥ ਨੂੰ ਵੀ ਤੁਸੀਂ ਜ਼ਰੂਰ ਯਾਦ ਰੱਖਣਾ। ਅਤੇ ਆਪਣੇ ਜਿਹੜੇ ਹੈਗੇ ਆ 5 ਗੁਰੂ ਜਿਹੜੇ ਹੈਗੇ ਆ ਜੀ ਇਸ ਸੈਸ਼ਨ ਦੇ ਵਿੱਚ ਕੰਪਲੀਟ ਹੋ ਚੁੱਕੇ ਆ। 5 ਗੁਰੂ ਜਿਹੜੇ ਹੈਗੇ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰ ਦਿੱਤੇ ਜਾਣਗੇ। ਅਤੇ ਤੁਹਾਨੂੰ ਇੱਕ ਰਿਕੁਐਸਟ ਹੈ, ਹੰਬਲ ਰਿਕੁਐਸਟ ਕੀਤੀ ਜਾਂਦੀ ਹੈ ਕਿ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਕਰੋ। ਠੀਕ ਹੈ, ਤਾਂ ਜੋ ਸਾਨੂੰ ਕੀ ਹੈ ਇਸ ਚੀਜ਼ ਦੇ ਨਾਲ ਹੌਸਲਾ ਵਧਾਈ ਜੀ ਹੋ ਜਾਂਦੀ ਹੈ, ਤਾਂ ਅਸੀਂ ਤੁਹਾਡੇ ਵਾਸਤੇ ਨਵਾਂ ਡਾਟਾ ਜਿਹੜਾ ਹੈਗਾ ਲੈ ਕੇ ਆਉਂਦੇ ਰਹਾਂਗੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।